देश दुनिया च वसदे पंजाबियों को खुशामदीद। मैं हरजिंदर सिंह रंधावा, तुस देख रहे हो पंजाब टैलीविजन और मेरे नाल ने डॉक्टर ज्ञान सिंह, डॉक्टर गुरिंदर कौर, पंजाबी यूनिवर्सिटी पटियाला तो दो महारथी जिहड़े जीवन साथी भी ने, वो साडे नाल ने। मैं डॉक्टर साहब जी आया आखदा। शुक्रिया जी तुहाडा। शुक्रिया। अज जदों पंजाब आइसोलेशन दे विच सी, तनहा सी, ਅਸੀਂ लोग बचैनियां दे मारे होए सी। किसानी अंदोलन सानू एक बारी खड़ा कर दिंदा है, सानू साडी पछाण नाल, होंद नाल लड़ना सिखा दिंदा है। ਅਸੀਂ अपनी पछाण दे ਲੱਭਣ ਦੇ ਵਿੱਚ ਕਾਮਯਾਬ ਹੁੰਨੇ ਆ। लेकिन कुछ एक स्टडीज ने ਜਿਹੜੀਆਂ केस स्टडी जिन्हां नू कवांगे, उन्हां नू सुन के लू कंडे खड़े ਹੁੰਦੇ ਆ। ਸਾਡੇ ਬੱਚੇ ਜਿਵੇਂ ਇਹਨਾਂ ਧਰਤੀਆਂ ਤੋਂ ਪ੍ਰਵਾਸ ਕਰ ਗਏ, ਉਹਨਾਂ ਦੇ ਦਰਦ, ਉਹਨਾਂ ਦੀ ਥਾਹ ਪਾਉਣੀ ਸਾਡੇ ਵੱਸ 'ਚ ਨਹੀਂ, ਜਿੰਨਾ ਚਿਰ ਅਸੀਂ ਉਹ ਸੀਨੇ ਤੇ ਪਿੰਡੇ ਤੇ ਨਾ ਹੰਡਾਈਏ। ਉਹਨਾਂ ਮਾਪਿਆਂ ਦੇ ਦਰਾਂ ਤੇ ਖੜ ਕੇ, ਮੱਥੇ ਤੇ ਹੱਥ ਰੱਖ ਕੇ ਦੀਦਿਆਂ ਨੂੰ ਸੇਕਦਿਆਂ, ਜਦੋਂ ਸਾਲਾਂ ਦੇ ਸਾਲ ਲੰਘਦੇ ਆ, ਕਰੋਨਾ ਵਰਗੀ ਸਥਿਤੀ ਦੇ ਵਿੱਚ ਕਈ ਮੌਤਾਂ ਹੋ ਗਈਆਂ, ਆਪਣੇ ਲਾਂਬੂ ਨਾ ਲਾ ਸਕੇ, ਆਪਣੇ ਆਖਰੀ ਵੇਲੇ ਸ਼ਾਮਲ ਨਾ ਹੋ ਸਕੇ। ਤਕਲੀਫ ਇੰਨੀ ਵੱਧ ਜਾਂਦੀ ਆ, ਇਸ ਦਰਦ ਦੀ ਥਾਹ ਪਾਉਣੀ बहुत औखी आ, बयानना तो बसों बाहर हो जाता है। डॉक्टर ज्ञान सिंह और उन्हों की धर्म पत्नी डॉक्टर गुरिंदर इस मसले नूं हथ पाउंदे आ। 6 ਜ਼ਿਲ੍ਹਿਆਂ ਦੇ ਵਿੱਚ स्टडी नूं शुरू करदे आ, उदों तक करोना विच आ जांदा है। किन्ने बच्चे इन्हां धरतियां तो उड़ारी मार गए, किन्ना दर्दां नाल, किन्ना सरमाया चले गया, किन्ने डॉलर बाहर चले गए, वापस कुछ नहीं मुड़िया। कदे कदे साडा एक वड्डा सिंगर निक्कू कहंदा हुंदा सी, परदेसों घर मुड़िया नसीबो चेते करदी है। कदे असीं ਉਹ ਗੱਲਾਂ ਕੀਤੀਆਂ ਜਿਹਦੇ ਚ ਹਰਭਜਨ ਮਾਨ ਕਹਿੰਦਾ ਹੈ ਕਿ ਚਿੱਠੀਏ ਨਹੀਂ ਚਿੱਠੀਏ, ਹੰਝੂਆਂ ਨਾ ਲਿਖੀਏ। ਸੋ ਇਹ ਬਹੁਤ ਸਾਰੇ ਸਾਡੇ ਦਰਦ ਨੇ ਜਿਹੜੇ ਸਾਡੇ ਕਲਚਰ ਦੇ ਵਿੱਚ ਰੂਪਮਾਨ ਹੋਏ। ਪਰ ਜਿਹੜਾ ਦਰਦ ਅੱਜ ਦਰਦ ਬਹੁਤ ਵੱਡਾ ਹੋ ਗਿਆ। ਬ੍ਰੇਨ ਡਰੇਨ ਹੋਇਆ, ਇਕਨੋਮੀ ਲੁੱਟੀ ਪੁੱਟੀ ਗਈ, ਅਸੀਂ ਖੁਸ਼ੀ ਨਾਲ ਜ਼ਮੀਨਾਂ ਵੇਚਤੀਆਂ, ਸਾਡਾ ਵਾਪਸੀ ਤੇ ਕੁਝ ਨਾ ਬਣਿਆ। ਡਾਕਟਰ ਸਾਹਿਬ ਜੀ ਆਇਆਂ, ਮੈਂ ਭੂਮਿਕਾ ਲੰਮੀ ਕਰ ਗਿਆ, ਮਾਫੀ ਚਾਹੁੰਦਾ। ਦੂਜੀ ਮਾਫੀ ਡਾਕਟਰ ਗੁਰਿੰਦਰ ਕੌਰ ਕੋਲੋਂ, ਤਾਂ ਅਸੀਂ ਉਹਨਾਂ ਦਾ ਨਾਂ ਡਿਸਪਲੇ ਨਹੀਂ ਕਰ ਪਾਏ ਕਿਉਂਕਿ ਉਹ ਤੁਹਾਡੇ ਵੱਲੋਂ ਲਿਖਿਆ ਜਾਣਾ ਸੀਗਾ। ਸੋ ਮਾਫੀ ਮੰਗ ਕੇ ਮੈਂ ਤੁਹਾਨੂੰ ਦੋਨਾਂ ਜੀਆਂ ਨੂੰ ਧੰਨਵਾਦ ਕਰਦਾ, ਐਪਰੀਸ਼ੀਏਟ ਕਰਦਾ, ਵੈਲਕਮ ਕਰਦਾ ਤੇ ਨਾਲ ਹੀ ਕਹਿਣਾ ਹੈ ਕਿ ਮੈਨੂੰ ਇਸ ਸਟੱਡੀ ਦੇ ਮੁੱਢਲੇ ਸਰੋਤ ਤੱਥ ਦੱਸੋ। ਜਿਵੇਂ ਸ਼ੁਰੂ ਕਰਨਾ ਚਾਹੋ ਡਾਕਟਰ ਸਾਹਿਬ ਜਾਂ ਡਾਕਟਰ ਗੁਰਿੰਦਰ, ਜਿਵੇਂ ਵੀ। ਰੰਧਾਵਾ ਸਾਹਿਬ ਤੁਹਾਡਾ ਸ਼ੁਕਰੀਆ ਜੀ। ਜਦੋਂ ਅਸੀਂ ਇਹ ਸਟੱਡੀ ਸ਼ੁਰੂ ਕੀਤੀ ਸੀ, ਡਾਕਟਰ ਗੁਰਿੰਦਰ ਨੇ ਪ੍ਰੋਜੈਕਟ ਬਣਾਇਆ ਸੀ, ਬਾਕੀ ਅਸੀਂ ਇਹਨਾਂ ਦੇ ਨਾਲ ਰਲ ਗਏ ਸੀ। ਮੈਂ ਸੀ ਇਹਨਾਂ ਦੇ ਨਾਲ, ਡਾਕਟਰ ਧਰਮਪਾਲ, ਡਾਕਟਰ ਰਸ਼ਮੀ, ਡਾਕਟਰ ਸੁਖਵੀਰ ਕੌਰ, ਡਾਕਟਰ ਰੁਪਿੰਦਰ ਕੌਰ, ਡਾਕਟਰ ਜੋਤੀ, ਅਸੀਂ ਸਾਰਿਆਂ ਨੇ ਰਲ ਕੇ ਪਲਾਨ ਕੀਤਾ ਸੀ ਕਿ ਪੰਜਾਬ ਦੇ ਤਿੰਨੋਂ ਰੀਜਨ ਮਾਲਵਾ, ਦੁਆਬਾ ਤੇ ਮਾਝਾ ਅਸੀਂ ਸਟੱਡੀ ਕਰਾਂਗੇ, ਤਾਂ ਕਿ ਰੂਰਲ ਏਰੀਆ ਤੋਂ ਜਿਹੜੀ ਇੰਟਰਨੈਸ਼ਨਲ ਮਾਈਗ੍ਰੇਸ਼ਨ ਹੈ ਉਹਦੇ ਵੱਖ-ਵੱਖ ਸੋਸ਼ੀਓ ਇੰਪੈਕਟ, ਸੋਸ਼ੀਓ ਇਕਨੋਮਿਕ ਇੰਪੈਕਟ ਤੇ ਡੈਮੋਗ੍ਰਾਫਿਕ ਇੰਪੈਕਟ ਅਸੀਂ ਦੇਖ ਸਕੀਏ। ਤੇ ਪਰ ਇਹ ਅਸੀਂ ਸਿਰਫ ਪਟਿਆਲਾ ਜ਼ਿਲ੍ਹੇ ਦੇ 5 ਪਿੰਡ ਕੀਤੇ ਸੀ। ਜਦ ਨੂੰ ਲੋਕਡਾਊਨ ਲੱਗ ਗਿਆ, ਸਾਡੀ ਸਟੱਡੀ ਵਿਚਾਲੇ ਰਹਿ ਗਈ। ਹਾਲੇ ਵੀ ਕੋਵਿਡ-19 ਦੀ ਪ੍ਰੋਬਲਮ ਚੱਲਦੀ ਹੈ। ਜਦੋਂ ਉਹ ਸਮੱਸਿਆ ਹੱਲ ਹੋ ਗਈ ਤੇ ਆਉਣ ਜਾਣ ਦੀ ਉਸ ਤਰ੍ਹਾਂ ਖੁੱਲ੍ਹ ਹੋਈ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਤੇ ਸਟੱਡੀ ਅਸੀਂ ਮੁੜ ਕੇ ਸ਼ੁਰੂ ਕਰਾਂਗੇ। ਪਰ ਇਹ ਜਿਹੜੇ 5 ਪਿੰਡ ਕੀਤੇ ਹੈ, ਉਹਦੇ ਵਿੱਚੋਂ ਜਿਹੜੇ 5 ਪਿੰਡਾਂ ਚੋਂ ਅਸੀਂ 207 ਘਰ ਸੀ 5 ਪਿੰਡਾਂ ਚੋਂ ਜਿਹਦੇ ਵਿੱਚੋਂ ਮਾਈਗ੍ਰੇਸ਼ਨ ਹੋਈ ਹੈ, ਉਹ ਚੋਂ 296 ਮਾਈਗ੍ਰੈਂਟ ਹੈਗੇ ਤੇ 68% ਜਿਹੜੇ ਹੈਗੇ ਸਿੰਗਲ ਮਾਈਗ੍ਰੈਂਟ ਫੈਮਲੀਜ਼ ਨੇ, 32% ਮਲਟੀਪਲ ਮਾਈਗ੍ਰੈਂਟ ਫੈਮਲੀਜ਼ ਨੇ ਤੇ 5 ਫੈਮਲੀਜ਼ ਨੇ ਜਿਹੜੀਆਂ ਪੂਰੀਆਂ ਇੱਥੋਂ ਮਾਈਗ੍ਰੇਟ ਕਰ ਗਈਆਂ। ਮੈਂ ਡਾਕਟਰ ਗੁਰਿੰਦਰ ਉਹਨਾਂ ਕੋਲ ਜਾਣਾ ਚਾਹੂੰਗਾ। ਦੋਸਤੋ ਇੱਕ ਮੈਂ ਦੱਸ ਦਵਾਂ ਕਿ ਇਹ ਜੋੜਾ, ਇਹ ਮੀਆਂ ਬੀਵੀ ਇਸ ਵੇਲੇ ਆਪਣੇ ਬੱਚਿਆਂ ਕੋਲ ਅਮਰੀਕਾ 'ਚ ਨੇ। ਇੱਕ ਮਾਂ ਔਰ ਇੱਕ ਖੋਜਾਰਥੀ, ਇਹ ਦੋ ਪਹਿਲੂ ਇਕੱਠੇ ਹੋ ਗਏ। ਇੱਕ ਮਾਂ ਦੇ ਦਰਦ ਨੂੰ ਸਮਝਣਾ ਜਦੋਂ ਉਹ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਤੇ ਹਰ ਦਿਨ ਸਵੇਰੇ ਸੁੱਖ ਮੰਗ ਕੇ ਉੱਠਦੀ ਆ ਕਿ ਬੱਚੇ ਘੁੱਗ ਵਾਸਤੇ ਰਹਿਣ, ਤੇ ਦੂਜੇ ਬੰਨੇ ਦੂਜਿਆਂ ਦੇ ਪੁੱਤਾਂ ਧੀਆਂ ਦੀ ਸਟੱਡੀ ਕਰਨਾ। ਡਾਕਟਰ ਗੁਰਿੰਦਰ ਕਿਵੇਂ ਇਹਨੂੰ ਲੈਣਗੇ, ਇੱਕ ਮਾਂ ਦੀ ਜ਼ੁਬਾਨ ਤੋਂ, ਇੱਕ ਸਟੂਡੈਂਟ ਦੀ ਜ਼ੁਬਾਨ ਤੋਂ, ਇੱਕ ਖੁਜ਼ਾਰਤੀ ਦੀ ਜ਼ੁਬਾਨ ਤੋਂ। ਬਿਲਕੁਲ ਜੀ। ਇਹ ਜਦੋਂ ਤੁਸੀਂ ਇੱਕ ਖੁਜ਼ਾਰਤੀ ਦੀ ਤਰ੍ਹਾਂ ਸੋਚਦੇ ਹੋ ਤੇ ਇੱਕ ਮਾਂ ਦੀ ਤਰ੍ਹਾਂ ਸੋਚਦੇ ਹੋ, ਮੈਂ ਕਦੇ ਅੱਜ ਤੱਕ ਕਦੇ ਨਹੀਂ ਸੀ ਚਾਹਿਆ ਕਿ ਮੈਂ ਬਾਹਰ ਜਾਵਾਂਗੀ। ਈਵਨ ਜਦ ਸਾਡਾ ਵਿਆਹ ਵੀ ਹੋਇਆ, ਇਹਨਾਂ ਦੇ ਸਾਰੇ ਭਰਾ ਬਾਹਰ ਸੀ ਤੇ ਇਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਤੂੰ ਗੁਰਿੰਦਰ ਕਦੇ ਬਾਹਰ ਆਉਣਾ ਚਾਹ, ਮੈਂ ਬਾਹਰ ਨਹੀਂ ਜਾਣਾ, ਤੂੰ ਜਾਣਾ।
ਮੈਂ ਕਿਹਾ ਜੀ ਮੈਂ ਕਦੇ ਨਹੀਂ ਜਾਣਾ। ਸੋ ਮੈਂ ਕਦੇ ਜਾਣ ਦਾ ਇਰਾਦਾ ਆਪਣੇ ਮਨ 'ਚ ਸ਼ੁਰੂ ਤੋਂ ਰੱਖਿਆ ਹੋਇਆ ਸੀ, ਪਰ ਇਹ ਬੱਚੇ ਨੇ ਜੀ ਜਿਨ੍ਹਾਂ ਨੇ ਮੈਨੂੰ ਇਸ ਧਰਤੀ ਤੇ ਆਉਣ ਤੇ ਜੀ ਮਜਬੂਰ ਕੀਤਾ। ਅੱਜ ਵੀ ਮੈਂ ਉੱਥੇ ਵੱਸਦੀ ਹਾਂ ਤੇ ਉੱਥੇ ਵੀ ਮੈਂ ਆਪਣੀ ਕਲਾਸ 'ਚ ਹਮੇਸ਼ਾ ਬੱਚਿਆਂ ਨੂੰ ਕਹਿੰਦੀ ਰਹਿੰਦੀ ਹਾਂ ਕਿ ਬੇਟਾ ਬਾਹਰ ਨਾ ਜਾਇਓ, ਇੱਥੇ ਲੱਭੋ ਕੁਝ। ਪਰ ਉੱਥੇ ਬੱਚੇ, ਮੇਰੇ ਬੱਚੇ ਵੀ, ਸਾਡੇ ਬੱਚੇ ਵੀ ਇਹੀ ਗੱਲ ਕਹਿ ਰਹੇ ਨੇ ਕਿ ਮਾਮਾ ਉੱਥੇ ਕੁਝ ਹੈ ਨਹੀਂ, ਜੌਬ ਨਹੀਂ ਹੈ। ਸੋ ਉਹ ਜਿਹੜਾ ਦਰਦ ਹੈ ਕਿ ਜੇ ਸਾਡੀ ਗਵਰਨਮੈਂਟ ਬੱਚਿਆਂ ਨੂੰ ਜੌਬ ਨਹੀਂ ਦੇ ਸਕੀ, ਇਸ ਕਰਕੇ ਸਾਡੇ ਬੱਚਿਆਂ ਨੂੰ ਦੂਰ ਜਾਣਾ ਪਿਆ। ਔਰ ਦੂਰ ਵੀ ਇੰਨਾ ਕਿ ਤੁਸੀਂ, ਇਹ ਜ਼ਰੂਰ ਹੈ ਕਿ ਫੋਨ ਤੇ ਜਿਵੇਂ ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ, ਇਸ ਤਰ੍ਹਾਂ ਅਸੀਂ ਫੋਨ ਤੇ ਉਹਨਾਂ ਦੀ ਸ਼ਕਲ ਵੀ ਦੇਖਦੇ ਹਾਂ ਤੇ ਉਹਨਾਂ ਨਾਲ ਗੱਲ ਵੀ ਕਰਦੇ ਹਾਂ, ਸਵੇਰੇ ਸ਼ਾਮ ਵੀ ਗੱਲ ਕਰਦੇ ਹਾਂ। ਜੀ ਪਰ ਜਦੋਂ ਖਾਣਾ ਆਪਣੇ, ਮਤਲਬ ਮੈਂ ਪਟਿਆਲੇ ਹੁੰਦੀ ਹਾਂ, ਖਾਣਾ ਬਣਾ ਕੇ ਪਰੋਸਦੀ ਹਾਂ ਤਾਂ ਉਦੋਂ ਮੇਰੇ ਮਨ ਇਹ ਕਹਿ ਰਿਹਾ ਹੁੰਦਾ ਕਿ ਮੇਰੇ ਬੱਚੇ ਤਾਂ ਵਿਚਾਰੇ ਆਪ ਬਣਾ ਕੇ ਖਾਂਦੇ। ਘਰ ਵੀ ਜੀ ਸੁਣਨਾ ਇਹ ਕਹਿੰਦਾ ਹੈ ਕਿ ਨਹੀਂ, ਇਹ ਸਾਡੀ ਗਵਰਨਮੈਂਟ ਸਾਡੇ ਬੱਚਿਆਂ ਲਈ ਕੁਝ ਨਹੀਂ ਕਰ ਰਹੀ। ਸਾਡੇ ਤਾਂ ਆ ਗਏ, ਪਰ ਬਾਕੀ ਜਿਹੜੇ ਪਿੱਛੋਂ ਹੁਣ ਹੋਰ ਆ ਰਹੇ ਹਨ, ਜਦ ਅਸੀਂ ਪਿੰਡ ਫਿਰੇ, ਘਰ ਫਿਰੇ, ਐਡੇ ਸੋਹਣੇ ਘਰ ਨੇ, ਪਰ ਉੱਥੇ ਤੁਹਾਨੂੰ ਘਰ ਵੜਦੇ ਹੀ ਪਤਾ ਲੱਗ ਜਾਂਦਾ ਕਿ ਇੱਥੇ ਬਜ਼ੁਰਗਾਂ ਤੋਂ ਬਿਨਾਂ ਹੋਰ ਕੋਈ ਨਹੀਂ। ਜੀ ਰੰਧਾਵਾ ਸਾਹਿਬ, ਮੈਂ ਇਹਦੇ ਫੈਕਟਰਸ ਦੱਸਣ ਲੱਗਿਆ ਕਿਉਂਕਿ ਅੰਕੜਿਆਂ ਵਾਲਾ ਕੰਮ, ਇਕਨੋਮਿਕਸ ਵਾਲਾ ਕਰਕੇ ਮੈਂ ਜ਼ਿਆਦਾ ਕੀਤਾ ਹੋਇਆ, ਥੋੜਾ ਬਹੁਤਾ ਐਨਾਲਿਸਿਸ 'ਚ ਵੀ ਹੈਲਪ ਕੀਤੀ ਹੈ। ਜਿਹੜੇ ਪੁਸ਼ ਫੈਕਟਰ ਹੈ, ਇਹ 'ਚੋਂ 52% ਉਹ ਨੇ ਜਿਹੜੇ ਸਿਰਫ ਅਨਪਲਾਇਮੈਂਟ ਗਏ ਨੇ, ਅਨਪਲਾਇਮੈਂਟ ਕਰਕੇ, ਤੇ 24% 24-25% ਉਹ ਨੇ ਜਿਹੜੇ ਨਾਲ ਦੇ ਮਿੱਤਰਾਂ ਦੋਸਤਾਂ ਦੇ ਕਹਿਣ ਕਰਕੇ ਉਹਦੇ ਪ੍ਰੈਸ਼ਰ ਥੱਲੇ ਗਏ ਨੇ, ਤੇ 9% ਤੋਂ ਥੋੜੇ ਜਿਹਾ ਵੱਧ ਉਹ ਵੀ ਨੇ ਜਿਹੜੇ ਨਸ਼ਿਆਂ ਤੋਂ ਡਰਦੇ ਗਏ ਨੇ, ਜਿਨ੍ਹਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਕਿਹਾ ਕਿ ਨਸ਼ੇ ਤੁਸੀਂ ਆਓਗੇ, ਜੇ ਦੇਸ਼ ਛੱਡ ਜਾਓ ਤਾਂ ਠੀਕ ਹੈ। ਦੂਜੇ ਪਾਸੇ ਜਿਹੜੇ ਪੁੱਲ ਫੈਕਟਰ ਹੈ, ਸਭ ਤੋਂ ਵੱਡਾ ਫੈਕਟਰ ਜਿਹੜਾ ਹੈਗਾ ਉਹ ਹੈ ਕਿ ਜਿਹੜੇ ਲੋਕ ਇੱਥੇ ਰੁਜ਼ਗਾਰ ਵਿੱਚ ਵੀ ਹੈਗੇ ਪਰ ਬੇਰੁਜ਼ਗਾਰ ਨੇ, ਭਾਵ ਉੱਥੋਂ ਇੰਪਲਾਇਮੈਂਟ ਤਾਂ ਮਿਲੀ ਹੋਈ, ਤਨਖਾਹ ਨਹੀਂ ਮਿਲਦੀ, ਤੇ ਉਹਨਾਂ ਨੂੰ ਜਾਂ ਤਨਖਾਹ ਬਹੁਤ ਘੱਟ ਮਿਲਦੀ ਹੈ, ਉਹਨਾਂ ਨੂੰ ਡਿਜ਼ਾਇਰ ਟੂ ਅਰਨ ਮੋਰ ਵਾਲੇ 46% ਨੇ, ਤੇ ਜਿਨ੍ਹਾਂ ਨੂੰ ਚੰਗੀ ਲਿਵਿੰਗ ਦਾ ਹੈਗਾ ਉਹ ਵੀ 43% ਹੈ। ਇਹ ਮੋਟੇ ਤੌਰ ਤੇ ਫੈਕਟਰ ਹੈ ਜਿਹਦੇ ਕਰਕੇ ਜ਼ਿਆਦਾ ਬੱਚੇ ਮਾਈਗ੍ਰੇਟ ਕੀਤੇ ਹੈ। ਕਿ ਜਿਹੜਾ ਆਰਥਿਕ ਵਿਕਾਸ ਮਾਡਲ ਅਸੀਂ ਅਪਣਾਇਆ ਉਹ 'ਚ ਉੱਪਰਲੇ 1% ਤੇ ਥੱਲੇ ਵਾਲੇ 99% ਦਾ ਜਿਹੜਾ ਖੱਪਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਹਦੇ ਕਰਕੇ ਇਹ ਬੱਚੇ ਇੱਥੋਂ ਵੱਡੀ ਗਿਣਤੀ 'ਚ ਮਾਈਗ੍ਰੇਟ ਕਰ ਰਿਹਾ ਹੈ। ਅਸੀਂ 1951 ਤੋਂ 2019 ਤੱਕ ਦਾ ਪੀਰੀਅਡ ਲਿਆ ਹੈਗਾ, ਤੇ 2020 ਤੇ ਅਸੀਂ ਸ਼ੁਰੂ ਕੀਤਾ ਸੀ, ਅਸੀਂ ਉਹ ਡ੍ਰੌਪ ਕਰਤਾ ਕਿ ਉਸ ਸਾਲ ਤਕਰੀਬਨ ਰੁਕ ਗਿਆ ਸੀ ਜਿਹੜੀ ਹੈਗੀ ਬੱਚਿਆਂ ਦੀ ਮਾਈਗ੍ਰੇਸ਼ਨ, ਹੈ ਨਾ। ਹੁਣ ਦੁਬਾਰਾ ਫਿਰ ਸ਼ੁਰੂ ਕਰਾਂਗੇ ਤੇ ਜਿਸ ਤਰ੍ਹਾਂ ਦਾ ਅੱਗੇ ਦੇਖਾਂਗੇ ਫਿਰ ਇਹਨੂੰ ਪੂਰੇ ਧਿਆਨ ਨੂੰ ਤੁਹਾਡੇ ਕੋਲ ਲੈ ਕੇ ਆਵਾਂਗੇ। ਹਾਂਜੀ, ਮੈਂ ਦੋਨਾਂ ਨੂੰ ਇੱਕ ਸਾਂਝਾ ਸਵਾਲ ਕਰਦਾ ਹਾਂ ਕਿ ਦੋ ਪਹਿਲੂ ਆ ਲਾਈਫ ਦੇ। ਇੱਕ ਸਭ ਤੋਂ ਜ਼ਿਆਦਾ ਸਾਨੂੰ ਖਿੱਚ ਪਾਉਂਦੀ ਆ ਪਦਾਰਥਵਾਦੀ ਅਪਰੋਚ, ਸਾਨੂੰ ਪੈਸੇ ਧੇਲੇ ਦੀ, ਪੰਜਾਬੀਆਂ ਨੂੰ ਹਰਿਆਵਲ ਦੂਰ ਦੂਰ ਤੱਕ ਜਿੱਥੇ ਚਰਾਂਦਾ ਮਿਲਦੀਆਂ ਅਸੀਂ ਉਹਨਾਂ ਨੂੰ ਲੱਭ ਲੈਂਦੇ ਆ। ਦੂਜੇ ਬੰਨੇ ਇਹ ਆ ਕਿ ਸਾਡੀਆਂ ਰੂਹਦਾਰੀਆਂ, ਸਾਡੀਆਂ ਰੂਹਾਂ ਦੇ ਹਾਣ ਜਿਹੜੇ ਆ, ਸਾਡੇ ਬਹੁਤ ਉਮਰ ਦਰਾਜ ਹੋ ਗਏ ਲੋਕ ਅੱਖਾਂ 'ਚ ਅਥਰੂ ਭਰ ਲੈਂਦੇ ਆ। ਮੇਰੇ ਨਾਲ ਬੜਾ ਕੁਝ ਇੰਜ ਵਾਪਰਦਾ, ਹਾਲਾਂਕਿ ਮੇਰੀ ਇਕਲੌਤੀ ਬੇਟੀ ਵੀ ਅਮਰੀਕਾ 'ਚ ਬੈਠੀ ਆ, ਅਸੀਂ ਵੀ ਉਹ ਦਰਦ, ਉਹ ਸੰਤਾਪ ਹੰਡਾਉਂਦੇ ਆ। ਅੱਜ ਦੇ ਦਿਨ 'ਚ ਜਦੋਂ ਤੁਸੀਂ ਇਹਨੂੰ ਦੋਨਾਂ ਧਿਰਾਂ ਨੂੰ ਵੇਖਦੇ ਹੋ ਕਿ ਇੱਕ ਪੀੜੀ ਜਿਹੜੀ ਰੋਜ਼ੀ ਰੋਟੀ ਲਈ ਤੁਰ ਗਈ, ਜਿਹਨੂੰ ਬ੍ਰੇਨ ਡਰੇਨ ਕਹਿੰਦੇ ਆ, ਜ਼ਿਆਦਾ ਤੋਂ ਜ਼ਿਆਦਾ ਸਿਆਣੇ ਬੱਚੇ, ਜਿਹੜੇ ਇੰਟੈਲੀਜੈਂਟ ਬੱਚੇ ਸੀਗੇ, ਉਹ ਚਲੇ ਹੀ ਗਏ, ਲਗਭਗ ਕੋਈ ਨਹੀਂ ਰਿਹਾ, ਅਨਸਰ ਦੀ ਲੋੜ ਬਣ ਗਈ, ਇੱਕ ਵੇਖੋ ਵੇਖੀ ਵੀ ਹੋਇਆ। ਲੇਕਿਨ ਜਿਹੜੇ ਉਹਨਾਂ ਦੇ ਨਾਲ ਘਰ ਕੁੱਲਾ ਵੇਚ ਕੇ ਚਲੇ ਗਏ, ਉਹਨਾਂ ਦੀਆਂ ਰੂਹਾਂ ਦਾ ਕੀ ਬਣਿਆ, ਉਹਨਾਂ ਨੂੰ ਤੁਸੀਂ ਕਿਵੇਂ ਉੱਥੇ ਦੇਖਦੇ ਹੋ? ਕਿਉਂਕਿ ਤੁਹਾਡਾ ਵੀ ਵਾਹ ਪੈਂਦਾ ਹੈ, ਪੰਜਾਬ ਨਾ ਰਿਹਾ, ਤੇ ਪ੍ਰਵਾਸ ਬਾਅਦ ਅਸੀਂ ਦੂਜੀ ਜਗ੍ਹਾ ਵੀ ਪੰਜਾਬ ਕ੍ਰੀਏਟ ਨਹੀਂ ਕਰ ਸਕੇ, ਉੱਥੇ ਵੀ ਲੋਕ ਪਿਛਾਂਹ ਨੂੰ ਝਾਕਦੇ ਆ, ਤਕਲੀਫ ਵੇਲੇ ਵੀ, ਖੁਸ਼ੀ ਵੇਲੇ ਵੀ। ਇਹ ਹੇਰਵੇ ਦਾ ਕੀ ਕਰੋਗੇ? ਇਹ ਤਿੰਨ ਤਰ੍ਹਾਂ ਦੇ ਲਾਸ ਵੱਡੇ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ। ਇੱਕ ਤਾਂ ਹੈਗਾ ਬ੍ਰੇਨ ਡਰੇਨ, ਦੂਜਾ ਕੈਪੀਟਲ ਡਰੇਨ ਹੈ, ਤੀਜਾ ਲਾਸ ਆਫ ਡੈਮੋਗ੍ਰਾਫਿਕ ਡਿਵੀਡੈਂਡ ਹੈਗਾ। ਜਿਹੜਾ ਨਾ ਬ੍ਰੇਨ ਡਰੇਨ ਹੈ ਕਿ ਰੂਰਲ ਏਰੀਆ ਚੋਂ ਖਾਂਦੇ ਪੀਂਦੇ ਜਾਂ ਰਿਲੇਟਿਵਲੀ ਖਾਂਦੇ ਪੀਂਦੇ ਘਰਾਂ ਚੋਂ ਜ਼ਿਆਦਾ ਬੱਚੇ ਮਾਈਗ੍ਰੇਟ ਕਰ ਗਏ। ਜੇ ਆਪਾਂ ਦੇਖੀਏ ਕਾਸਟ ਵਾਈਜ਼ ਤਾਂ 91.56% ਜਿਹੜੀ ਹੈਗੀ ਜੱਟ ਕਾਸਟ ਮਾਈਗ੍ਰੇਟ ਕੀਤੀ ਹੈ। ਇਹਨਾਂ ਦੇ ਵਿੱਚੋਂ ਸਿਰਫ 1.1% ਬ੍ਰਾਹਮਣ ਨੇ, ਭਾਵ 92.6% ਦੇ ਨਜ਼ਦੀਕ ਜਨਰਲ ਕਾਸਟ ਹੈਗੀ। ਇਹ ਐਸਸੀ 0.5% ਦੇ ਨਜ਼ਦੀਕ ਹੈ,
ਬੈਕਵਰਡ ਕਲਾਸ 0.3% ਤੋਂ ਘੱਟ ਹੈਗੀ। ਕੁੱਲ ਮਿਲਾ ਕੇ ਰੂਰਲ ਏਰੀਆ ਚੋਂ ਵੀ ਉਹ ਮਾਈਗ੍ਰੇਟ ਕੀਤੇ ਆ ਜਿਨ੍ਹਾਂ ਕੋਲ ਮਾੜਾ ਮੋਟਾ ਇਕਨੋਮਿਕ ਬੇਸ ਸੀ, ਭਾਵੇਂ ਉਹਦੇ ਆਪਦੀਆਂ ਸੇਵਿੰਗ ਸੀ, ਭਾਵੇਂ ਉਹਨਾਂ ਨੇ ਆਪਦੀ ਪ੍ਰਾਪਰਟੀ ਪਲਾਟ ਜਾਂ ਹੋਰ ਚੀਜ਼ਾਂ ਗਹਿਣੇ ਰੱਖੀਆਂ ਜਾਂ ਲੋਨ ਲਏ। ਇਹ ਕੁੱਲ ਮਿਲਾ ਕੇ ਉਹ ਬੱਚੇ ਮਾਈਗ੍ਰੇਟ ਕੀਤੇ। ਬ੍ਰੇਨ ਡਰੇਨ ਦੀ ਪ੍ਰੋਬਲਮ ਕਿ ਉਹ ਇੱਥੇ ਪੜ੍ਹੇ ਲਿਖੇ ਬੱਚੇ ਸੀ ਜਿਨ੍ਹਾਂ ਨੇ ਅੱਗੇ ਬਹੁਤ ਕੁਝ ਕਰਨਾ ਸੀ, ਜਿਹੜਾ ਸਮਾਜ ਦਾ ਸਰਮਾਇਆ ਉਹਨਾਂ ਤੇ ਲੱਗਿਆ ਉਹ ਸਰਮਾਇਆ ਵੀ ਦੂਜੇ ਦੇਸ਼ਾਂ ਨੂੰ ਆ ਗਿਆ। ਕੈਪੀਟਲ ਡਰੇਨ ਅੱਗੇ ਇਹ ਸੀ ਕਿ ਮੇਰੀ ਉਮਰ ਦੇ ਲੋਕ ਜਦੋਂ ਇੱਥੇ ਮਾਈਗ੍ਰੇਟ ਕਰਦੇ ਪਿੱਛੇ ਨੂੰ ਰੈਮਿਟੈਂਸਸ ਬਹੁਤ ਜ਼ਿਆਦਾ ਜਾਂਦੀਆਂ ਸੀ, ਤੇ ਪਰ ਹੁਣ ਤਾਂ ਬੱਚਾ ਬਾਅਦ ਚ ਆਉਂਦਾ ਉਹਦੀ ਫੀਸ ਪਹਿਲਾਂ ਸ਼ੁਰੂ ਆ ਜਾਂਦੀ ਹੈਗੀ। ਤੇ ਕੈਪੀਟਲ ਡਰੇਨ ਹੈ, ਈਵਨ ਜਦੋਂ ਸੈਟਲ ਹੋਣ ਲੱਗਦਾ ਹੈ ਫਿਰ ਵੀ ਉਹ ਪਿੱਛੇ ਪ੍ਰਾਪਰਟੀ ਨੂੰ ਵੇਚਣ ਦੀ ਗੱਲ ਕਰਦਾ ਹੈ ਤੇ ਤਾਂ ਕਿ ਇੱਥੇ ਲਿਆ ਕੇ ਕੁਝ ਕਰ ਸਕੇ। ਇੱਕ ਜਿਹੜਾ ਅਸੀਂ ਸਟੱਡੀ ਕੀਤਾ ਇਹਦੇ ਵਿੱਚ ਉਹ ਹੈ ਕਿ ਕਿੰਨੇ ਕਿੰਨੇ ਏਜ ਗਰੁੱਪ ਨੇ। ਜੇ ਏਜ ਗਰੁੱਪਸ ਦੀ ਗੱਲ ਕਰੀਏ ਤਾਂ ਜੇ 15 ਤੋਂ 25 ਸਾਲ ਦੇ ਏਜ ਗਰੁੱਪ ਦੀ ਗੱਲ ਕਰੀਏ ਤਾਂ 55% ਤੋਂ ਵੱਧ ਜਿਹੜੇ ਮਾਈਗ੍ਰੈਂਟ ਇਸ ਏਜ ਗਰੁੱਪ 'ਚ ਨੇ। ਇਹੀ ਸਭ ਤੋਂ ਵੱਧ ਵਰਕਿੰਗ ਐਫੀਸ਼ੀਐਂਟ ਏਜ ਗਰੁੱਪ ਹੈਗਾ। ਇਹ ਡੈਮੋਗ੍ਰਾਫਿਕ ਡਿਵੀਡੈਂਡ ਵੀ ਹੈ। ਸਾਡੇ ਜਿਹੜੇ ਰਾਜਸੀ ਆਗੂ ਨੇ ਉਹ ਦੁਨੀਆ 'ਚ ਰੌਲਾ ਪਾਉਂਦੇ ਆ ਕਿ ਸਾਡੇ ਕੋਲ ਡੈਮੋਗ੍ਰਾਫਿਕ ਡਿਵੀਡੈਂਡ ਵੱਡਾ, ਭਾਵ ਸਾਡੀ ਯੰਗ ਵਰਕਿੰਗ ਪਾਪੂਲੇਸ਼ਨ ਜ਼ਿਆਦਾ ਹੈਗੀ, ਤੇ ਉਹ ਇਹਦੇ ਬਾਰੇ ਕਹਿ ਰਹੇ ਨੇ। ਇਹਦਾ ਤਿੰਨੋਂ ਸਾਨੂੰ ਵੱਡੇ ਲਾਸ ਨੇ। ਪਰ ਜਿਹੜੀ ਗੱਲ ਤੁਸੀਂ ਦੂਜੀ ਹੇਰਵੇ ਵਾਲੀ ਗੱਲ ਕੀਤੀ ਹੈ, ਜਿਹੜੇ ਮਾਂ ਪਿਓ ਇਹਨਾਂ ਦੇ ਬੱਚਿਆਂ ਦੇ ਹੈਗੇ ਜਿਨ੍ਹਾਂ ਨੇ ਇੱਥੇ ਪਾਲਿਆ ਪੋਸ਼ਿਆ ਤੇ ਮਜਬੂਰੀਆਂ ਕਰਕੇ ਇਹਨਾਂ ਨੂੰ ਭੇਜਿਆ, ਉਹਨਾਂ ਦੇ ਹੇਰਵੇ ਤਾਂ ਇੰਨੇ ਵੱਡੇ ਨੇ। ਜੇ ਇਕੱਲੇ ਇਕੱਲੇ ਬੰਦੇ ਨੂੰ ਮਿਲੋਗੇ ਉਹਦੇ ਕੋਲ ਆਪੋ ਦੀਆਂ ਕਹਾਣੀਆਂ ਨੇ। ਇਹ ਆਪੋ ਦੀਆਂ ਕਹਾਣੀਆਂ ਚੋਂ ਬਹੁਤ ਵੱਡੇ ਗ੍ਰੰਥ ਜਿਹੜੇ ਹੈਗੇ ਉਹ ਲਿਖਣ ਲਈ ਤਿਆਰ ਹੁੰਦੇ ਜਾਂ ਬੋਲਣ ਲਈ ਤਿਆਰ ਹੁੰਦੇ ਨੇ। ਉਹ ਹੇਰਵੇ ਨਹੀਂ ਪੂਰੇ ਹੁੰਦੇ, ਹੇਰਵੇ ਤਾਂ ਉਹ ਜੜਾਂ ਕੋਲ ਆ ਕੇ ਹੀ ਪੂਰੇ ਹੁੰਦੇ ਨੇ। ਤੇ ਉਹਦੇ ਲਈ ਤਾਂ ਜ਼ਰੂਰੀ ਹੈ ਕਿ ਜਿਹੜੇ ਵੱਡੇ ਪੱਧਰ ਤੇ ਇਹ ਮਾਈਗ੍ਰੇਸ਼ਨ ਹੋ ਰਹੀ ਹੈ ਇਹਨੂੰ ਠੱਲ ਪਾਉਣ ਲਈ ਸਾਨੂੰ ਬਹੁਤ ਕੁਝ ਕਰਨਾ ਪਊਗਾ। ਡਾਕਟਰ ਗੁਰਿੰਦਰ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਹਾਂਜੀ ਸ਼ਾਇਦ ਜਿਹੜੀ ਹੈਗੀ ਹੈ ਮਤਲਬ ਜੈਡ ਕਲਾਸ ਉਹ ਮਾਈਗ੍ਰੇਟ ਕੀਤੀ ਹੈ ਵਰਕਿੰਗ ਜਿਹੜੇ ਜ਼ਮੀਨ ਨਾਲ ਅਟੈਚ ਸੀਗੇ, ਪਰ ਜਿਹੜੇ ਦੂਜੇ ਕਾਸਟ ਹੈ, ਹਿੰਦੂ ਕਾਸਟ ਹੈ, ਉਹਨਾਂ ਚੋਂ ਬਹੁਤ ਘੱਟ ਲੋਕ ਮਾਈਗ੍ਰੇਟ ਕੀਤੇ ਹੈ, ਜਦ ਕਿ ਉਹ ਇਕੁਅਲੀ ਇਕਨੋਮਿਕਲੀ ਸਾਊਂਡ ਸੀਗੇ। ਸਾਡੇ ਲੋਕ ਕਿਉਂ ਮਾਈਗ੍ਰੇਟ ਕੀਤੇ? ਕਿਉਂਕਿ ਅਸੀਂ ਡਿਪੈਂਡੈਂਟ ਆ, ਸਾਡੀ ਜਿਹੜੀ ਫਸਲ ਹੈ ਅਸੀਂ ਵੇਚ ਕੇ ਗਵਰਨਮੈਂਟ ਤੋਂ ਉੱਥੋਂ ਪੈਸੇ ਲੈਣੇ ਆ, ਪਰ ਉਹ ਲੋਕ ਆਪ ਬਿਜ਼ਨਸ 'ਚ ਹੈ, ਇਸ ਕਰਕੇ ਉਹਨਾਂ ਦਾ ਜਿਹੜੇ ਬਿਜ਼ਨਸ ਹੈ ਉਹ ਉਹਨਾਂ 'ਚ ਹੀ ਉਹਨਾਂ ਨੇ ਆਪਣੇ ਬੱਚੇ ਐਡਜਸਟ ਕਰ ਲਏ, ਉਹਨਾਂ 'ਚੋਂ ਲੋਕੀ ਨਹੀਂ ਬਾਹਰ ਆਏ। ਉਹਨਾਂ ਦਾ ਕੈਪੀਟਲ ਡਰੇਨ ਵੀ ਨਹੀਂ ਹੋਇਆ, ਬ੍ਰੇਨ ਡਰੇਨ ਵੀ ਨਹੀਂ ਹੋਇਆ। ਜਿਹੜੀ ਸਫਰ ਕਲਾਸ ਹੈ ਉਹ ਮੈਜੋਰਟੀ ਇਹ ਉਹ ਕਲਾਸ ਹੈ ਜਿਹੜੀ ਜ਼ਮੀਨ ਨਾਲ ਜੁੜੀ ਸੀ। ਉਹ ਆਪਣੇ ਪੈਸੇ ਜ਼ਮੀਨ ਨੂੰ ਵੇਚ ਕੇ ਬੱਚਿਆਂ ਨੂੰ ਤੇ ਇਨਵੈਸਟ ਕਰ ਰਹੇ ਨੇ। ਸੋ ਜਿਹੜੀ ਇਹ ਕਲਾਸ ਹੈ ਇਹ ਜ਼ਿਆਦਾ ਅਫੈਕਟ ਹੋ ਰਹੀ ਹੈ। ਡਾਕਟਰ ਗੁਰਿੰਦਰ ਇੱਕ ਸਵਾਲ ਬੜਾ ਅਹਿਮ ਨਾਲ ਜੁੜ ਜਾਂਦਾ, ਹਾਲਾਂਕਿ ਸ਼ਾਇਦ ਇਹ ਸਵਾਲ ਕਰਨਾ ਨਹੀਂ ਬਣਦਾ, ਸ਼ਾਇਦ ਮੇਰੇ ਤੇ ਹਰਫ ਆਊਗਾ ਜੇ ਮੈਂ ਕਰੂੰਗਾ। ਜੇ ਅਸੀਂ ਕਿਸੇ ਧਰਮ ਆਧਾਰਿਤ ਵੰਡ 'ਚ ਪੈਂਦੇ ਆ, ਤੇ ਮੈਂ ਜਦੋਂ ਕੈਨੇਡਾ ਦੇ ਬਹੁਤ ਸਾਰੇ ਪਾਰਕਾਂ ਦੇ ਕੋਲ ਦੀ ਵੀ ਲੰਘਿਆ, ਦਸਤਾਰਾਂ ਵਾਲੇ ਬਹੁਤ ਬੈਠੇ ਬਜ਼ੁਰਗ ਦੇਖੇ। ਇਹਨੂੰ ਕੀ ਕਹੋਗੇ? ਸਿੱਖ ਮੈਜੋਰਟੀ ਕੈਨੇਡਾ ਦੇ ਉਹਨਾਂ ਪਾਰਕਾਂ 'ਚ, ਗੁਰੂ ਘਰਾਂ ਦੇ ਵਿੱਚ ਮੈਂ ਦੇਖਿਆ ਕਿ ਇਹਨੂੰ ਜੇ ਵਰਗ ਵੰਡ ਧਾਰਮਿਕ ਤੌਰ ਤੇ ਕਰਨੀ ਹੋਵੇ, ਇਹ ਵੀ ਇੱਕ ਪਹਿਲੂ ਆ। ਅੱਜ ਜੇ ਲੜਾਈ ਦਿੱਲੀ ਦੇ ਬਾਰਡਰਸ ਤੇ ਵੀ ਜ਼ਿਆਦਾ ਸਿੱਖ ਹੀ ਨਜ਼ਰ ਆ ਰਹੇ। ਇਹ ਬੇਚੈਨੀ ਇਹ ਹੈ ਕਿ ਉਹ ਲੋਕੀ ਹਲੇ ਵੀ ਜਿਹੜੇ ਮਤਲਬ ਆਪਣੀ ਵਾਲੀ ਏਜ ਗਰੁੱਪ ਦੇ ਆ, ਉਹ ਹਲੇ ਵੀ ਪਿੱਛੇ ਨੂੰ ਤੱਕਦੇ ਨੇ ਤੇ ਪਿੱਛੇ ਨਾਲ ਜੁੜੇ ਹੋਏ ਨੇ। ਉਹਨਾਂ ਨੇ ਇਸ ਪ੍ਰੋਟੈਸਟ ਕੰਟਰੀਬਿਊਟ ਵੀ ਬਹੁਤ ਕੀਤਾ ਹੈ, ਕਿਉਂਕਿ ਉਹਨਾਂ ਨੂੰ ਉਹ ਦਰਦ ਹੰਢਾ ਰਹੇ ਨੇ ਕਿ ਜੇ ਸਾਡੇ ਬੱਚਿਆਂ ਨੂੰ ਉੱਥੇ ਜੌਬ ਓਪਰਚੁਨਿਟੀਜ਼ ਮਿਲੀਆਂ ਹੁੰਦੀਆਂ ਤਾਂ ਉਹ ਇੱਥੇ ਨਾ ਹੁੰਦੇ। ਉਹ ਹਲੇ ਵੀ ਇੱਥੇ ਨਾਲ ਜੁੜੇ ਹੋਏ ਨੇ। ਤੇ ਇਹ ਇੱਕ ਏਦਾਂ ਦੀ ਕਲਾਸ ਹੈ ਕਿ ਜਿੱਥੇ ਮਰਜ਼ੀ ਚਲੀ ਜਾਵੇ ਆਪਣੇ ਪਿੱਛੇ ਆਪਣੀ ਜੜਾਂ ਵੱਲ ਨੂੰ ਹੀ ਝਾਕੀ ਜਾਂਦੀ ਹੈ, ਕਿਉਂਕਿ ਇਹ ਉਸ ਮਿੱਟੀ ਨਾਲ ਜੁੜੇ ਹੁੰਦੇ ਨੇ। ਇਹ ਪੈਸੇ ਨਾਲ ਨਹੀਂ ਜੁੜੇ, ਇਹ ਮਿੱਟੀ ਨਾਲ ਜੁੜੇ ਨੇ, ਇਸ ਕਰਕੇ ਮਿੱਟੀ ਵੱਲ ਨੂੰ ਤੱਕਦੀ ਹੈ। ਰੰਧਾਵਾ ਸਾਹਿਬ, ਜੇ ਮੈਂ ਇਹਨੂੰ ਆਨਸਰ ਕਰਨਾ ਤੁਹਾਡੇ ਵਾਲੀ ਗੱਲ ਨੂੰ, ਤਾਂ ਮੈਨੂੰ ਇਹ ਲੱਗਦੀ ਹੈ ਗੱਲ ਕਿ ਰੂਰਲ ਏਰੀਆ 'ਚ ਡੋਮੀਨੈਂਸ ਸਿੱਖ ਰਿਲੀਜਨ ਦੀ ਹੈ, ਉਹ ਚੋਂ ਡੋਮੀਨੈਂਸ ਫਿਰ ਜੱਟ ਕਾਸਟ ਦੀ ਹੈਗੀ, ਤੇ ਰਿਸੋਰਸ ਬੇਸ ਹੋਣ ਕਰਕੇ ਉਹਨਾਂ ਕੋਲ ਥੋੜੀ ਬਹੁਤੀ ਜ਼ਮੀਨ ਹੈਗੀ ਤੇ ਥੋੜੇ ਬਹੁਤੇ ਸਾਧਨ ਹੈਗੇ, ਤੇ ਉਹਨੂੰ ਵੇਚ ਸਕਦੇ ਆ, ਗਹਿਣੇ ਕਰ ਸਕਦੇ ਆ, ਲੋਨ ਲੈ ਸਕਦੇ ਆ। ਇਸ ਕਰਕੇ ਜ਼ਿਆਦਾ ਸਿੱਖ ਹੀ ਮਾਈਗ੍ਰੇਟ ਕੀਤੇ ਆ।
ਜਿਹੜੀ ਤੁਸੀਂ ਕੈਨੇਡਾ ਵਾਲੀ ਗੱਲ ਕੀਤੀ ਹੈ, ਉਹ ਤਾਂ ਕੁਝ ਸ਼ਹਿਰ ਇਹੋ ਜਿਹੇ ਨੇ ਉੱਥੇ ਜਾ ਕੇ ਇਹ ਲੱਗਣ ਲੱਗ ਜਾਂਦੇ ਸ਼ਾਇਦ ਪੰਜਾਬ 'ਚ ਉਹਨੇ ਪੱਗਾਂ ਵਾਲੇ ਨਹੀਂ ਹੈਗੇ ਜਿੰਨੇ ਇੱਥੇ ਨੇ। ਤੇ ਇਹ ਮਾਈਗ੍ਰੇਸ਼ਨ ਤਾਂ ਵੱਡੇ ਪੱਧਰ ਤੇ ਸਿੱਖ ਧਰਮ ਨਾਲ ਰਿਲੇਟਡ ਹੈਗੀ। ਲੇਕਿਨ ਡਾਕਟਰ ਸਾਹਿਬ ਇੱਕ ਸਵਾਲ ਹੋਰ ਵੀ ਉੱਠ ਖੜਾ ਹੁੰਦਾ ਹੈ ਕਿ ਅਸੀਂ ਇਸ ਵੇਲੇ ਜਿਸ ਜਗ੍ਹਾ ਤੇ ਖੜੇ ਆ, ਮੈਂ ਜਦੋਂ ਕਿਤੇ ਪੁਰਾਣੀ ਝਾਤੀ ਮਾਰਦਾ, ਮੈਂ ਦੂਰਦਰਸ਼ਨ ਨੂੰ ਜਾਂਦਾ ਹੁੰਦਾ ਸੀ ਮਾਝੇ ਚੋਂ ਦੁਆਬੇ ਵੱਲ ਨੂੰ, ਤੇ ਵੱਡੀਆਂ ਕੋਠੀਆਂ ਜਿਨ੍ਹਾਂ ਦੇ ਉੱਤੇ ਜਹਾਜ਼ ਬਣੇ ਹੁੰਦੇ ਸੀ, ਉਹ ਸੁੰਨੀਆਂ ਹੁੰਦੀਆਂ ਸੀ, ਬਹੁਤ ਵੱਡੀਆਂ ਕੋਠੀਆਂ। ਅੱਜ ਕੱਲ ਪੂਰੇ ਪੰਜਾਬ 'ਚ ਸੁੰਨੀਆਂ ਕੋਠੀਆਂ ਵੱਧ ਗਈਆਂ ਨੇ, ਮਤਲਬ ਬੰਦੇ ਗਏ ਤੇ ਆ ਮੁੜੇ ਨਹੀਂ। ਜਦੋਂ ਬੰਦੇ ਜਾਂਦੇ ਆ ਵਾਪਸ ਨਹੀਂ ਮੁੜਦੇ, ਫਿਰ ਉਸ ਖਿੱਤੇ ਦਾ ਦੇਰ ਸਵੇਰ ਕੀ ਬਣਦਾ? ਇਹ ਰੁਝਾਨ ਕਦੇ ਰੁਕਦੇ ਵੀ ਆ? ਇਤਿਹਾਸ ਵੱਲ ਝਾਤੀ ਮਾਰਦੇ ਹੋ, ਕਿਉਂਕਿ ਜਦੋਂ ਕੋਈ ਸਟੱਡੀ ਆਉਂਦੀ ਹੈ ਸਾਹਮਣੇ, ਉਹਦਾ ਕੋਈ ਇੱਕ ਪਾਸਟ ਵੀ ਹੁੰਦਾ ਹੈ। ਇਹ ਜਿਹੜੀ ਸਾਡੀ ਪ੍ਰਵਾਸ ਦੀ ਪ੍ਰਵਿਰਤੀ ਆ, ਖਾਸ ਤੌਰ ਤੇ ਇਸ ਖਿੱਤੇ ਦੀ, ਪੰਜਾਬੀਆਂ ਦੀ, ਇਹਦਾ ਜਿਹੜਾ ਉਤਰਾਅ ਚੜਾਅ ਵਾਲਾ ਕੋਈ ਹੈ ਇਸ ਤਰ੍ਹਾਂ ਦਾ ਅੰਕੜਾ ਕਿ ਫਲਾਣੇ ਪੀਰੀਅਡ 'ਚ ਵੀ ਇੰਜ ਹੋਇਆ ਤੇ ਫਿਰ ਰੁਕ ਗਿਆ ਤੇ ਫਿਰ ਹੋ ਗਿਆ ਤੇ ਫਿਰ ਰੁਕ ਗਿਆ? ਕਿਉਂਕਿ ਜਿਹੜੇ ਇਸ ਵੇਲੇ ਜਾ ਰਹੇ ਆ ਉਹ ਮੁੜਨ ਦੀ ਨੀਅਤ ਨਾਲ ਨਹੀਂ ਜਾ ਰਹੇ। ਜੇ ਨਹੀਂ ਮੁੜਨੇ ਤੇ ਇਸ ਖਿੱਤੇ ਦੇ ਵਿੱਚ ਜਿਹੜੇ ਸਰਦੇ ਪੁੱਜਦੇ ਨਿਕਲ ਗਏ, ਫਿਰ ਪੰਜਾਬ ਨੂੰ ਮੁੜ ਕੇ ਖੜਾ ਹੋਣ ਲਈ ਉਹ ਜਿਹੜੀਆਂ ਜਮਾਤਾਂ ਨੇ, ਜਿਹੜੀਆਂ ਅਜੇ ਰੋਜ਼ੀ ਰੋਟੀ ਦੀ ਲੜਾਈ ਲੜਦੀਆਂ, ਉਹਨਾਂ ਨੂੰ 2 ਪੀੜ੍ਹੀਆਂ ਹੋਰ ਲੱਗਣਗੀਆਂ। ਉਸ ਤਰ੍ਹਾਂ ਦਾ ਪੰਜਾਬ ਦੇਖਦੇ ਆ ਸਾਨੂੰ। ਨਹੀਂ, ਦੇਖੋ ਮਾਈਗ੍ਰੇਸ਼ਨ ਤਾਂ ਆਪਣੇ ਪਹਿਲਾਂ ਵੀ ਹੋਈ ਹੈ, ਪਰ ਉਹ ਬਹੁਤ ਘੱਟ ਸੀ। ਜਿੰਨਾ 1952 ਤੋਂ ਲੈ ਕੇ 2019 ਤੱਕ ਅਸੀਂ ਸਟੱਡੀ ਕੀਤਾ ਹੈ, ਜਦ ਜੇ ਦੇਖੀਏ ਇਹ 2015 ਤੋਂ ਮਾਈਗ੍ਰੇਸ਼ਨ ਦਾ ਪ੍ਰਪੋਰਸ਼ਨ ਵਧਣ ਲੱਗਦਾ ਹੈਗਾ। 2015 ਚ 7.09%, 2016 7.43%, 2017 ਚ 12.16%, 2018 ਚ 15.88%, 2019 ਚ 22.3% ਜਿਹੜੇ ਸਾਡੇ ਸਟੱਡੀ ਦੇ ਘਰ ਨੇ, ਸੈਂਪਲ ਦੇ ਘਰ ਹੈ, ਉਹ ਮਾਈਗ੍ਰੇਟ, ਇਹਨਾਂ ਚੋਂ ਬੱਚੇ ਮਾਈਗ੍ਰੇਟ ਕੀਤੇ ਨੇ। ਤੇ ਜਿਹੜੀ ਗੱਲ ਹੈ ਕਿ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਇਹ 1991 ਤੋਂ ਨਵੀਆਂ ਆਰਥਿਕ ਨੀਤੀਆਂ ਅਪਣਾਉਣ ਤੋਂ ਬਾਅਦ ਜਿਸ ਤਰ੍ਹਾਂ ਕਾਰਪੋਰੇਟ ਆਰਥਿਕ ਵਿਕਾਸ ਮਾਡਲ ਡੋਮੀਨੇਟ ਕਰਦਾ, 1% ਤੇ 99% ਦਾ ਗੈਪ ਵੱਧਦਾ ਜਾਂਦਾ ਹੈ, ਉਸ ਤਰ੍ਹਾਂ ਇਹ ਮਾਈਗ੍ਰੇਸ਼ਨ ਵੱਧਦੀ ਜਾਂਦੀ ਹੈ। ਇਹ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਹੈ, ਬ੍ਰੇਨ ਡਰੇਨ, ਕੈਪੀਟਲ ਡਰੇਨ ਤੇ ਲਾਸ ਆਫ ਡੈਮੋਗ੍ਰਾਫਿਕ ਡਿਵੀਡੈਂਡ, ਉਹ ਇੰਨੀਆਂ ਸੀਰੀਅਸ ਪ੍ਰੋਬਲਮਸ ਹੈ। ਜੇ ਅਸੀਂ ਇਸੇ ਆਰਥਿਕ ਵਿਕਾਸ ਮਾਡਲ ਤੇ ਤੁਰਦੇ ਗਏ ਤਾਂ ਸਮੱਸਿਆ ਇਹ ਹੈਗੀ ਕਿ ਸਾਡੇ ਕੋਲ ਰਿਲੇਟਿਵਲੀ ਇਹ ਬੈਟਰ ਆਫ ਜਿਹੜੇ ਘਰ ਹੈ ਉਹਨਾਂ ਚੋਂ ਬਹੁਤੇ ਲੋਕ ਮਾਈਗ੍ਰੇਟ ਕਰਨਗੇ, ਜਿਹੜੇ ਪਿੱਛੇ ਰਹਿਣਗੇ ਉਹਨਾਂ ਦੇ ਪ੍ਰੈਸ਼ਰ ਗਰੁੱਪ ਵੀ ਵੀਕ ਹੋਣਗੇ, ਸਾਡਾ ਸਿਸਟਮ ਹੋਰ ਵੀਕ ਹੁੰਦਾ ਜਾਊਗਾ। ਪਰ ਮੈਨੂੰ ਹੁਣ ਇੱਕ ਗੱਲ ਜ਼ਰੂਰ ਲੱਗਦੀ ਹੈ, ਜਿਸ ਤਰ੍ਹਾਂ ਦਾ ਕਿਸਾਨ ਸੰਘਰਸ਼ ਪੰਜਾਬ 'ਚ ਸ਼ੁਰੂ ਹੋਇਆ ਸੀ, ਪੂਰੇ ਦੇਸ਼ ਦਾ ਕਿਸਾਨ ਸੰਘਰਸ਼ ਬਣਿਆ, ਉਹ ਸਿਰਫ ਕਿਸਾਨ ਸੰਘਰਸ਼ ਨਹੀਂ ਸਗੋਂ ਜਨ ਅੰਦੋਲਨ ਬਣ ਗਿਆ। ਉਹਦੇ ਵਿੱਚੋਂ ਆਰਥਿਕ ਵਿਕਾਸ ਮਾਡਲ ਬਾਰੇ, ਸੰਘੀ ਢਾਂਚੇ ਬਾਰੇ ਤੇ ਰਾਜਸੀ ਪ੍ਰਦੂਸ਼ਣ ਬਾਰੇ, ਬੌਧਿਕ ਪ੍ਰਦੂਸ਼ਣ ਬਾਰੇ, ਸਮਾਜਿਕ ਸੱਭਿਆਚਾਰਕ ਸੰਬੰਧਾਂ ਬਾਰੇ ਜਿਹੜੇ ਨਵੇਂ ਸੁਨੇਹੇ ਸਾਹਮਣੇ ਆਏ ਨੇ, ਨਾ ਉਮੀਦੀ ਤੋਂ ਉਮੀਦੀ ਵੱਲ ਤੇ ਸਿਰਨਾਮਾ ਉਹਨਾਂ ਦਾ, ਜਿਹੜੇ ਜਿਉਂਦੇ ਜਾਗਦੇ ਸੰਘਰਸ਼ ਕਰਨਗੇ ਤੇ ਮੁੜ ਕੇ ਜੜ੍ਹਾਂ ਨੂੰ ਮਜ਼ਬੂਤ ਕਰਨ ਦੀ ਗੱਲ, ਉਹ ਜੋ ਮੈਨੂੰ ਕੁਝ ਠੱਲ ਪੈਂਦੀ ਜਾਂ ਕੁਝ ਇਹਦਾ ਹੱਲ ਹੁੰਦਾ ਨਜ਼ਰ ਆ ਰਿਹਾ ਹੈ। ਡਾਕਟਰ ਗੁਰਿੰਦਰ, ਇੱਕ ਸਵਾਲ ਮੂੰਹ ਅੱਡ ਕੇ ਖੜ ਜਾਂਦਾ ਹੈ ਕਿ ਕਿਸੇ ਵੀ ਖਿੱਤੇ 'ਚ ਕੁਝ ਅਨਹੋਣੀਆਂ ਜਦੋਂ ਵਾਪਰਦੀਆਂ ਤੇ ਉਹਨਾਂ ਦੇ ਵਿੱਚ ਸਮੇਂ ਦੇ ਹਾਕਮ, ਉਹਨਾਂ ਦੀ ਨੀਂਦ ਖੁੱਲਣੀ ਬੜੀ ਜ਼ਰੂਰੀ ਹੁੰਦੀ। ਮੈਂ ਜਦੋਂ ਪਿਛਾਂਹ ਝਾਤੀ ਮਾਰਦਾ ਤੇ ਮੈਨੂੰ ਸਰਕਾਰ ਵੱਲੋਂ ਆਈਲੈਟਸ ਖੋਲਣ ਸੰਬੰਧੀ ਬਿਆਨ ਵੀ ਨਜ਼ਰ ਆਉਂਦੇ। ਜਦੋਂ ਸਾਡੀ ਆਪਣੀ ਸਰਕਾਰ ਉਸ ਰਾਏ ਤੋਰਨ ਲਈ ਸਾਨੂੰ ਮਜਬੂਰ ਹੋਵੇ, ਜਿਹੜੇ ਰਾਏ ਤੋਰਿਆ ਵੀ ਉਹਨਾਂ ਹਾਕਮਾਂ ਨੇ ਜਿਨ੍ਹਾਂ ਸਾਡਾ ਰੁਜ਼ਗਾਰ ਨਹੀਂ ਬਣਾਇਆ, ਜਿਨ੍ਹਾਂ ਇੱਥੇ ਇੰਡਸਟਰੀ ਪ੍ਰਫੁੱਲਤ ਨਹੀਂ ਹੋਣ ਦਿੱਤੀ, ਜਿਨ੍ਹਾਂ ਸਾਡੀ ਖੇਤੀ ਨੂੰ ਵੀ ਉਵੇਂ ਡਿਵਰਸੀਫਿਕੇਸ਼ਨ ਵੱਲ ਲਿਆਉਣ ਲਈ ਉਪਰਾਲੇ ਨਹੀਂ ਕੀਤੇ, ਤੇ ਜਿਨ੍ਹਾਂ ਸਾਡਾ ਬੁਨਿਆਦੀ ਢਾਂਚਾ ਵੀ ਸਾਰਾ ਖਰੀਦੋ ਫਰੋਖਤ ਤੇ ਲਾਤਾ। ਉਸ ਵੇਲੇ ਤੁਹਾਡੇ ਵਰਗੇ ਜਿਹੜੇ ਖਾਸ ਤੌਰ ਤੇ ਪ੍ਰੋਫੈਸਰ ਲੋਕ ਹੈ, ਬੱਚਿਆਂ ਨੂੰ ਸੰਬੋਧਿਤ ਹੁੰਦੇ ਆ ਕਲਾਸਰੂਮ 'ਚ, ਉਹਨਾਂ ਕੋਲ ਕਹਿਣ ਲਈ ਕੀ ਸ਼ਬਦ ਬਚਦੇ ਆਪਣੇ ਬੱਚਿਆਂ ਨੂੰ ਕਿ ਭਾਈ ਨਾ ਜਾਓ, ਜਦੋਂ ਸਰਕਾਰਾਂ ਕਹਿ ਰਹੀਆਂ ਹੋਣ ਕਿ ਅਸੀਂ ਤੁਹਾਡੇ ਲਈ ਰਾਹ ਬਣਾ ਦਿੰਨੇ, ਪੁਲ ਬਣਾ ਦਿੰਨੇ? ਇਹਦੇ 'ਚ ਜੇ ਇੱਕ ਸਰਕਾਰ, ਸਾਡੀ ਸਰਕਾਰ ਦਾ ਏਜੰਡਾ ਹੀ ਇਦਾਂ ਦਾ ਹੈ। ਮੈਂ ਹਜੇ ਹੁਣੇ ਥੋੜੇ ਦਿਨ ਪਹਿਲਾਂ ਪੜ੍ਹ ਰਹੀ ਸੀਗੀ, ਲਿਖਤਾ ਮੈਂ ਕੁਝ ਹੋਰ ਰਹੀ ਸੀਗੀ, ਪਰ ਉਹਦੇ 'ਚ ਇਹ ਆ ਰਿਹਾ ਸੀਗਾ ਕਿ ਜਿਹੜਾ ਐਗਰੀਕਲਚਰ ਬਿਜ਼ਨਸ ਹੈ, ਇਹ 'ਚ ਬੜੇ ਬੜੇ ਕਾਰਪੋਰੇਟ ਘਰਾਣੇ ਇਨਵੈਸਟ ਕਰ ਰਹੇ ਨੇ ਤੇ ਈਵਨ ਬੈਂਕਸ ਵੀ ਬੜੀਆਂ ਉਹ 'ਚ ਇਨਵੈਸਟਮੈਂਟ ਕਰ ਰਹੀਆਂ ਨੇ। ਤੇ ਉਹ ਲਿਖਤਾ ਮੈਂ ਜੰਗਲਾਂ ਤੇ ਰਹੀ ਸੀ, ਪਰ ਉਹਦੇ ਵਿੱਚ ਇਹ ਆਇਆ ਕਿ ਜੇ ਇਹ ਸਾਰੇ ਜਿਹੜਾ ਸਾਡਾ ਹੋਣ ਵਾਲਾ ਚੇਂਜ ਵੀ ਕੀਤੇ ਨੇ ਇਹ ਲਾਜ਼, ਉਹ ਵੀ ਸ਼ਾਇਦ ਉਹਦੀ ਰਿਫਲੈਕਸ਼ਨ 'ਚ ਚੇਂਜ ਹੋਏ ਨੇ ਕਿ ਇਹਨੂੰ ਵੀ ਐਗਰੀਕਲਚਰਲ ਬਿਜ਼ਨਸ ਦੇ ਬੇਸਿਸ ਤੇ ਪ੍ਰਮੋਟ ਕਰਨਾ ਚਾਹੁੰਦੇ ਆ ਪੰਜਾਬ ਨੂੰ ਆਪਣੇ ਵੱਲੋਂ। ਪਰ ਉਹਦੇ 'ਚ ਜਿਹੜਾ ਪੰਜਾਬ ਹੈ ਉਹ ਘਾਟੇ 'ਚ ਜਾ ਰਿਹਾ ਹੈ। ਇਹ ਪ੍ਰੋਟੈਸਟ ਬਹੁਤ ਹੀ ਸਕਾਰਾਤਮਕ ਹੈ ਕਿ ਜਿਹੜਾ ਕਿਸਾਨਾਂ ਨੇ ਕੀਤਾ। ਜੇ ਹੁਣ ਇਹਨੂੰ ਠੱਲ ਪੈ ਗਈ ਤਾਂ ਸਾਡੀ
ਆਉਣ ਵਾਲਾ ਜਿਹੜੇ ਜਨਰੇਸ਼ਨ ਹੈ ਸ਼ਾਇਦ ਉਹਨਾਂ ਨੂੰ ਹੋਰ ਰੁਜ਼ਗਾਰ ਦੇ ਮੌਕੇ ਮਿਲ ਸਕਣ ਜਾਂ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਪੰਜਾਬ 'ਚ ਪੈਦਾ ਹੋਣ। ਅਦਰਵਾਈਜ਼ ਤਾਂ ਇੱਦਾਂ ਦੇ ਹਾਲਾਤ ਹੋਏ ਨੇ ਕਿ ਕਿਸੇ ਵੀ ਇੰਸਟੀਟਿਊਸ਼ਨ 'ਚ ਕੁਝ ਵੀ ਨਹੀਂ ਮਿਲ ਰਿਹਾ। ਤੇ ਈਵਨ ਬੱਚੇ ਵੀ ਜਿਹੜੇ ਹੈ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਜਿਹੜੇ ਆਈਲੈਟ ਸੈਂਟਰਸ ਖੋਲੇ ਨੇ ਇਹ ਮੇਬੀ ਇਹਨਾਂ ਦੀ ਇੱਕ ਬਹੁਤ ਬੜੀ ਪਲੈਨਿੰਗ ਦਾ ਹਿੱਸਾ ਨੇ ਕਿ ਜੇ ਜਿੰਨੇ ਪੰਜਾਬ ਤੋਂ ਬੱਚੇ ਜਾ ਰਹੇ ਹੈ ਜਾਂ ਕੇਰਲਾ ਤੋਂ ਗਏ ਨੇ, ਇਹਨੇ ਹੋਰ ਕਿਸੇ ਸਟੇਟ ਤੋਂ ਨਹੀਂ ਗਏ ਹਨ। ਸੋ ਇਹ ਮੇਬੀ ਉਹਨੂੰ ਵੀਕ ਕਰਨ ਲਈ ਹੀ, ਪੰਜਾਬ ਦੇ ਸਾਰੀ ਢਾਂਚੇ ਨੂੰ ਵੀਕ ਕਰਨ ਲਈ ਸੀਗਾ। ਪਰ ਇਹ ਹੁਣ ਜਿਹੜਾ ਪ੍ਰੋਟੈਸਟ ਹੋ ਰਿਹਾ ਇਹਦੇ ਨਾਲ ਸ਼ਾਇਦ ਖੜਾ ਹੋ ਸਕੇ ਪੰਜਾਬ ਮੁੜ ਆਪਣੇ ਪੈਰਾਂ ਤੇ ਬੱਚਿਆਂ ਨੂੰ ਆਪਣੇ ਨੂੰ ਅਕੋਮੋਡੇਟ ਕਰਨ ਲਈ ਸਰਕਾਰਾਂ ਨੂੰ ਹੋਰ ਜਗਾਵੇ। ਡਾਕਟਰ ਸਾਹਿਬ ਇੱਕ ਆਖਰੀ ਸਵਾਲ ਦੋਨਾਂ ਲਈ ਹੈ, ਤੁਹਾਡਾ ਸਮਾਂ ਜ਼ਿਆਦਾ ਨਹੀਂ ਲੈਣਾ ਕਿਉਂਕਿ ਤੁਹਾਡੀ ਸ਼ਾਮ ਰਾਤ ਹੋ ਗਈ। ਮੈਂ ਸਿਰਫ ਇਹ ਸਮਝਣਾ ਚਾਹੁੰਦਾ ਹੈ ਕਿ ਜਦੋਂ ਨਿਊਯਾਰਕ 'ਚ ਬੈਠਾ, ਕੈਲੀਫੋਰਨੀਆ 'ਚ ਬੈਠਾ, ਟੋਰਾਂਟੋ, ਵੈਨਕੂਵਰ, ਆਸਟ੍ਰੇਲੀਆ ਜਾਂ ਕਿਸੇ ਵੀ ਜਗ੍ਹਾ ਤੇ ਬੈਠਾ ਪੰਜਾਬੀ ਖੂਨ ਖੋਲਦਾ ਹੈ ਕਿ ਮੈਂ ਦਿੱਲੀ ਤੇ ਬਾਰਡਰ ਤੇ ਕਿਉਂ ਨਹੀਂ, ਪੈਸੇ ਵੀ ਭੇਜ ਰਿਹਾ, 100 ਇਲਜ਼ਾਮ ਲੱਗੇ, ਸਭ ਕੁਝ ਹੋਇਆ, ਲੋਕ ਉੱਥੇ ਜੀਂਦੇ ਨੇ, ਉੱਥੇ ਕੰਮ ਕਰਦੇ ਨੇ, ਲੇਕਿਨ ਉਹਨਾਂ ਦੀ ਰੂਹ ਇੱਥੇ ਭਟਕਦੀ ਹੈ, ਇੱਥੇ ਵੱਸਦੀ ਹੈ। ਇੱਕ ਪਹਿਲੂ। ਦੂਜਾ ਪਹਿਲੂ, ਸਾਡੇ ਪਿੰਡਾਂ ਦੇ ਵਿੱਚ ਪੋਲੀਟੀਸ਼ੀਅਨਸ ਨੂੰ ਰਾਹ ਨਹੀਂ ਲਿਆਇਆ, ਥਿਆਇਆ ਭੱਜਦਿਆਂ, ਉਹਨਾਂ ਨੂੰ ਭੱਜਣਾ ਪਿਆ, ਔਖਾ ਹੋ ਗਿਆ ਜਵਾਬ ਦੇਣਾ, ਲੋਕ ਚੇਤਨ ਹੋ ਗਏ। ਇਹ ਦੋਵੇਂ ਪ੍ਰਵਾਹ ਬਾਹਰ ਬੈਠੇ ਇੱਥੇ ਲਈ ਤਾਂਘਦੇ ਆ, ਇੱਥੇ ਵਾਲੇ ਤਬਦੀਲੀ ਲਈ, ਚੇਂਜ ਲਈ ਤਾਂਘਦੇ ਆ। ਤਾਂਘ ਬੜੀ ਪ੍ਰਬਲ ਆ, ਲੇਕਿਨ ਤਬਦੀਲੀ ਵਾਪਰਦੀ ਕਿਉਂ ਨਹੀਂ? ਕਿਉਂ ਸਾਡਾ ਸਿਤਮ ਹੈ, ਸਾਡੇ ਤੇ ਇਹ ਤਰਾਸਦੀ ਦਾ ਠੱਪਾ ਹੈ ਕਿ ਅਸੀਂ ਕਦੇ ਬਦਲਾਅ ਵੇਲੇ ਖੜੇ ਨਹੀਂ ਹੋਏ। ਜਦੋਂ ਲੋੜ ਪੈਂਦੀ ਆ ਉਦੋਂ ਅਸੀਂ ਧਰਾਵਾਂ 'ਚ ਵੰਡੇ ਜਾਂਦੇ ਆ, ਵਿਚਾਰ ਧਰਾਵਾਂ ਦਾ ਹਿੱਸਾ ਹੋ ਜਾਂਦੇ ਆ। ਯੁੱਧ ਲੜਨ ਵੇਲੇ ਅਸੀਂ ਸਿਪਾਹੀ ਨਹੀਂ ਹੁੰਦੇ, ਅਸੀਂ ਇੱਕ ਦੂਜੇ ਨਾਲ ਭਿੜਦੇ ਆ। ਤੁਹਾਨੂੰ ਲੱਗਦਾ ਕਿ ਉੱਥੇ ਜਿਹੜੀ ਪ੍ਰਵਿਰਤੀ ਬਾਹਰ ਬਹਿ ਕੇ ਇੱਥੇ ਸੋਚਣ ਵਾਲੀ ਤੇ ਇੱਥੇ ਵਾਲੀ ਤਬਦੀਲੀ ਵਾਲੀ, ਇਹਨੂੰ ਕਿੱਥੋਂ ਬਦਲਦਿਆਂ ਕਿੱਥੋਂ ਵੇਖ ਰਹੇ ਹੋ? ਇਹ ਅਰਨਾਬ ਸਾਹਿਬ, ਮੈਨੂੰ ਗੱਲ ਇਹ ਲੱਗਦੀ ਹੈ ਕਿ ਜਿਹੜਾ ਹੁਣ ਕਿਸਾਨ ਅੰਦੋਲਨ, ਜਨ ਅੰਦੋਲਨ ਬਣਿਆ, ਉਹ 'ਚ ਬਾਹਰਲੇ ਲੋਕਾਂ ਦਾ ਹਾਂ ਦਾ ਨਾਰਾ ਬਹੁਤ ਵੱਡਾ ਤੇ ਉਹਦੀ ਕੰਟਰੀਬਿਊਸ਼ਨ ਵੀ ਵੱਡੀ ਹੈ। ਪਰ ਜੇ ਆਪਾਂ ਇਹਨੂੰ ਬਹੁਤ ਇਸ ਤਰ੍ਹਾਂ ਇੱਕ ਪਾਸੇ ਦੀ ਲਈਏ ਤਾਂ ਉਹ ਠੀਕ ਨਹੀਂ ਹੋਊਗਾ। NRI ਭੈਣਾਂ ਭਰਾਵਾਂ ਨੇ ਬਹੁਤ ਕੀਤਾ, ਬਹੁਤ ਕਰ ਰਿਹਾ ਤੇ ਉਹਦੇ ਜੜਾਂ ਬਾਰੇ ਬਹੁਤ ਜਾਗਰੂਕ ਹੋਏ ਨੇ। ਪਰ ਸਾਡੇ ਕੋਲ NRI ਭੈਣ ਭਰਾ ਉਹ ਵੀ ਨੇ ਜਿਹੜੇ ਕਾਰੋਬਾਰੀ ਹੈ ਤੇ ਜਿਹੜੇ ਸਾਡੇ ਬੱਚੇ ਸਾਡੇ ਸਿਸਟਮ ਦੇ ਧੱਕੇ ਇੱਥੇ ਆ ਰਹੇ ਨੇ, ਉਹ ਅਮਰਬੇਲ ਦੀ ਤਰ੍ਹਾਂ ਉਹਦਾ ਖੂਨ ਵੀ ਚੂਸ ਰਹੇ ਨੇ ਕਿ ਮਿਨੀਮਮ ਵੇਜਸ ਵੀ ਨਹੀਂ ਦਿੰਦੇ। ਜਿਹੜੀ ਸਾਡੀ ਸਟੱਡੀ ਹੈ ਇਹ 'ਚ ਸਭ ਤੋਂ ਵੱਧ ਬੱਚੇ +2 ਵਾਲੇ ਨੇ, ਉਹ 'ਚੋਂ ਸਿਰਫ 2-2.5% ਬੱਚੇ ਜਿਹੜੇ ਹਾਇਰ ਐਜੂਕੇਸ਼ਨ ਲਿਆ, ਬਾਕੀ ਸਾਰੇ ਇੰਪਲਾਇਮੈਂਟ ਲਈ ਆਏ ਨੇ। ਤੇ ਜਿਹੜੇ NRI ਦਾ ਰੋਲ ਇੱਥੇ ਹੈ, ਜਿੰਨੀਆਂ ਟਾਕਸ ਦੇ ਵਿੱਚ, ਡਿਸਕਸ਼ਨ 'ਚ ਮੈਂ ਪਾਰਟਿਸਿਪੇਟ ਕਰਨਾ ਜਾਂ ਉਹ ਮੈਨੂੰ ਪੁੱਛਦੇ ਆ ਕਿ ਅਸੀਂ ਪਿੱਛੇ ਲਈ ਕੀ ਕਰੀਏ, ਤੁਸੀਂ ਉਹ ਸਾਨੂੰ ਦੱਸੋ। ਮੈਂ ਤਾਂ 3 ਗੱਲਾਂ ਕਹਿਣਾ, ਪਿੰਡ ਦਾ ਪ੍ਰਾਇਮਰੀ ਸਕੂਲ, ਪ੍ਰਾਇਮਰੀ ਹੈਲਥ ਸੈਂਟਰ ਤੇ ਪਿੰਡ ਜੇ ਤੁਸੀਂ ਕੋਈ ਥੋੜਾ ਬਹੁਤਾ ਰੁਜ਼ਗਾਰ ਜਨਰੇਟ ਕਰ ਸਕਦੇ ਹੋ, ਆਪਦੇ ਪਿੰਡ ਤੋਂ ਸ਼ੁਰੂ ਕਰ ਲਓ। ਪੂਰੇ ਪੰਜਾਬ ਨੂੰ, ਪੂਰੇ ਪਿੰਡ ਆਪਦਾ ਪਿੰਡ ਬਚਾਉਂਦੇ ਹੋਏ ਤੁਸੀਂ ਪੂਰੇ ਦੇਸ਼ ਨੂੰ ਬਚਾ ਲਓਗੇ। ਜਿਹੜੀ ਗੱਲ ਤੁਸੀਂ ਪੋਲੀਟੀਸ਼ੀਅਨ ਦੀ ਕੀਤੀ ਹੈ, ਉੱਥੇ ਮੈਨੂੰ ਇਹ ਲੱਗਦੀ ਹੈ ਕਿ 1947 ਤੋਂ ਲੈ ਕੇ ਸਾਡੇ ਪੋਲੀਟੀਸ਼ੀਅਨ ਨੇ ਕੁੱਲ ਮਿਲਾ ਕੇ ਵਾਅਦੇ, ਦਾਅਵੇ ਤੇ ਨਵੇਂ ਵਾਅਦੇ ਕੀਤੇ ਨੇ। ਜਿਹੜਾ ਹੁਣ ਤੁਸੀਂ ਆਈਲੈਟਸ ਦੀ ਗੱਲ ਕਰਦੇ ਹੋ, ਸਰਕਾਰ ਖੋਲ ਲਈ ਹੈ ਤੇ ਕੁਛ ਇੱਕ ਚੰਗੀਆਂ ਇੰਸਟੀਟਿਊਸ਼ਨਸ ਖੋਲ ਰਹੀਆਂ ਨੇ, ਉਹ ਵੀ ਇੱਕ ਜਿਹੜੇ ਲੋਕਾਂ ਨੂੰ ਟਿਕਾਉਣ ਦਾ ਤਰੀਕਾ ਹੈ ਕਿ ਤੁਹਾਨੂੰ ਅਸੀਂ ਬਾਹਰ ਜਾਣ ਦਾ ਇੰਤਜ਼ਾਮ ਕਰਕੇ ਦੇ ਰਹੇ ਹਾਂ। ਉਹ ਕਿਹਨਾਂ ਲੋਕਾਂ ਨੂੰ ਹੈ? ਜਿਨ੍ਹਾਂ ਨੇ ਹੁਣ ਇਹਦੇ ਵਿੱਚੋਂ ਜਵਾਬਦੇਹੀ ਸ਼ੁਰੂ ਕਰਤੀ ਹੈ ਪੋਲੀਟੀਸ਼ੀਅਨ ਦੀ, ਤੇ ਸਵਾਲ ਪੁੱਛਣੇ ਸ਼ੁਰੂ ਕਰਤੇ ਨੇ। ਇਸ ਲਈ ਇਹ ਉਹ ਤੋਂ ਬਚਣਾ ਚਾਹੁੰਦੇ ਨੇ, ਪਰ ਇਹ ਬਚ ਕੇ ਨਹੀਂ, ਕਿਉਂਕਿ ਜਿਹੜੇ ਕਿਸਾਨ ਨੇ ਉਹ ਇਕੱਲੇ ਕਿਸਾਨ ਨਹੀਂ, ਕਿਸਾਨ ਹੈ, ਖੇਤ ਮਜ਼ਦੂਰ ਹੈ, ਪਿੰਡੂ ਕਾਰੀਗਰ ਹੈ, ਪਿੰਡੂ ਹੋਰ ਮਜ਼ਦੂਰ ਹੈ, ਇਹ ਉਹ ਸਾਰੇ ਇਕੱਠੇ ਹੋਏ ਨੇ। ਤੇ ਅੱਗੇ ਜਿਹੜੀਆਂ ਕਿਸਾਨ ਜਥੇਬੰਦੀਆਂ ਦੀ ਖੱਬੇ ਤੇ ਸੱਜੇ ਪੱਖੀ ਇੱਕ ਦੂਜੇ ਵੱਲ ਪਿੱਠ ਕਰਕੇ ਨਹੀਂ ਸੀ ਖੜਦੀਆਂ, ਇੱਕ ਦੂਜੇ ਤੋਂ ਭੱਜਦੀਆਂ ਹੋਈਆਂ, ਇੱਕ ਦੂਜੇ ਨੂੰ ਬੁਰਾ ਭਲਾ ਕਹਿੰਦੇ ਸੀ। ਹੁਣ ਉਹ ਸਾਰੀਆਂ ਇੱਕ ਪਲੇਟਫਾਰਮ ਤੇ ਨੇ ਤੇ ਨਾਲ ਉਹਨਾਂ ਦੇ ਦੂਜੇ ਵਰਗ ਨੇ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਜੇ ਸਾਨੂੰ ਪਿੰਡਾਂ 'ਚੋਂ ਉਜਾੜ ਦਿੱਤਾ ਗਿਆ, ਸ਼ਹਿਰ ਵਾਲੇ ਲੇਬਰ ਚੌਂਕ ਦਾ ਸਾਨੂੰ ਹਰ ਰੋਜ਼ ਦਿਹਾੜੀ ਵੀ ਨਹੀਂ ਮਿਲਣੀ, ਜਿਹੜੀ ਹੁਣ ਨਹੀਂ ਮਿਲ ਰਹੀ, ਫਿਰ ਕਿੱਥੋਂ ਮਿਲੂਗੀ? ਕਿਉਂਕਿ ਮੈਕਨਾਈਜੇਸ਼ਨ ਤੇ ਆਟੋਮੇਸ਼ਨ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ, ਉੱਥੇ ਕੀ ਹੋਊਗਾ? ਕੁੱਲ ਮਿਲਾ ਕੇ ਇਹ ਹੈ ਕਿ ਜੱਟ ਕਾਸਟ 'ਚੋਂ ਕਾਫੀ ਬੱਚੇ ਮਾਈਗ੍ਰੇਟ ਕਰ ਗਏ, ਦੂਜੀਆਂ ਕਾਸਟਾਂ ਤਕਰੀਬਨ ਬਰਾਬਰ ਦਾ ਜਾਂ ਥੋੜੀਆਂ ਘੱਟ ਨੇ, ਉਹ ਜ਼ਿਆਦਾ ਉੱਥੇ ਬੈਠੀਆਂ ਨੇ। ਤੇ ਜੇ ਕੁੱਲ ਮਿਲਾ ਕੇ ਜੜਾਂ ਬਾਰੇ ਇੰਨੇ ਸੁਚੇਤ ਹੋਏ ਨੇ, ਬਾਹਰ ਆ ਕੇ ਵੀ ਬੱਚੇ ਬਹੁਤੇ ਕੰਫਰਟੇਬਲ ਨਹੀਂ ਹੈ ਜਿਹੜੇ +2 ਵਾਲੇ ਆ ਰਹੇ ਨੇ। ਜੇ ਕੰਫਰਟੇਬਲ ਹੁੰਦੇ
ਤਾਂ ਇੰਨਾ ਹਾਦਾ ਨਾਰਾ ਨਹੀਂ ਸੀ ਵੱਜਣਾ ਹੈਗਾ। ਲੋਕ ਮੁੜ ਕੇ ਆਪਦੀਆਂ ਜੜ੍ਹਾਂ ਵੱਲ ਨੂੰ ਆਉਣਾ ਚਾਹੁੰਦੇ ਨੇ, ਜੜ੍ਹਾਂ ਨੂੰ ਬਚਾਉਣਾ ਚਾਹੁੰਦੇ ਨੇ। ਇਸ ਲਈ ਗੱਲ ਤਾਂ ਕੁੱਲ ਮਿਲਾ ਕੇ ਇੱਥੇ ਕੀ ਖੜਦੀ ਹੈ, ਸਾਨੂੰ ਉਹਦਾ ਆਰਥਿਕ ਵਿਕਾਸ ਮਾਡਲ ਬਦਲਣਾ ਪਊਗਾ, ਉਹ 'ਚ ਇੰਪਲੋਇਮੈਂਟ ਜਨਰੇਟ ਕਰਨੀ ਪਊਗੀ, ਇਕਨੋਮਿਕ ਡਿਸਪੈਰਿਟੀਜ਼ ਘਟਾਉਣੀਆਂ ਪੈਣਗੀਆਂ ਅਤੇ ਆਪਦੇ ਸਿਸਟਮ ਨੂੰ ਵੀ ਇਹ ਕਾਫੀ ਸੁਧਾਰਨਾ ਪਊਗਾ ਤਾਂ ਕਿ ਚੰਗੇ ਸਿਸਟਮ ਕਰਕੇ ਵੀ ਜਿਹੜੇ ਬੱਚੇ ਬਾਹਰ ਆਉਂਦੇ ਆ ਉਹ ਨਾ ਆਉਣ। ਇਹ ਸਾਰਾ ਕੁਝ ਇਹ ਲੋਕ ਦੁਆ ਨਾਲ ਹੀ ਹੱਲ ਹੋਊਗਾ, ਜਿਹਦੇ ਬਾਰੇ ਮੈਨੂੰ ਬਹੁਤ ਆਸ ਹੈ ਕਿ ਅਸੀਂ ਚੰਗੇ ਪਾਸੇ ਚੱਲੇ ਆ ਤੇ ਹੋਰ ਚੰਗੇ ਪਾਸੇ ਵੱਲ ਚੱਲਦੇ ਰਹਾਂਗੇ। ਡਾਕਟਰ ਗੁਰਿੰਦਰ, ਆਖਰੀ ਜੀ ਗੱਲ ਮੈਨੂੰ ਦੱਸ ਦਿਓ, ਕਿਉਂਕਿ ਤੁਸੀਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹੋ, ਸਮਾਜ ਦਾ ਔਰਤ ਵਰਗ ਜ਼ਿਆਦਾ ਸੈਂਸਿਟਿਵ ਆ, ਇਸ ਗੱਲ 'ਚ ਕੋਈ ਦੋ ਰਾਏ ਨਹੀਂ। ਸਮਾਜ ਜੇ ਖੜਾ ਹੈ ਤੇ ਤੁਹਾਡੇ ਲੋਕਾਂ ਕਰਕੇ ਖੜਾ ਹੈ। ਮੇਰੀ ਤਾਂ ਖੁਸ਼ਨਸੀਬੀ ਹੈ ਜਦੋਂ ਮੈਨੂੰ ਡਾਕਟਰ ਸਾਹਿਬ ਨੇ ਦੱਸਿਆ ਕਿ ਇਸ ਸਟੱਡੀ ਦੇ ਵਿੱਚ ਤੁਸੀਂ ਮੇਜਰ ਰੋਲ 'ਚੋਂ, ਤੁਹਾਡੀ ਭੂਮਿਕਾ ਵੱਡੀ ਹੈ। ਤੇ ਮੈਂ ਉਦੋਂ ਤੱਕ ਅਸੀਂ ਡਾਕਟਰ ਸਾਹਿਬ ਨੂੰ ਲੈ ਚੁੱਕੇ ਸੀ, ਮੈਨੂੰ ਤਾਂ ਹੁਣ ਵੀ ਸ਼ਰਮ ਆਈ ਜਾਂਦੀ ਕਿ ਡਾਕਟਰ ਗੁਰਿੰਦਰ ਨਾਂ ਸਭ ਤੋਂ ਪਹਿਲਾਂ ਲਿਖਿਆ ਹੋਣਾ ਚਾਹੀਦਾ ਸੀ। ਮੈਨੂੰ ਇਹ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ ਕਿ ਜਿਹੜੇ ਬੱਚੇ ਪਾਰ ਧਰਤੀਆਂ ਤੋਂ ਬੈਠੇ ਨੇ ਉਹ ਕਿੰਨੀ ਕੁ ਤਸੱਲੀ 'ਚ ਨੇ, ਜਿਹੜੇ ਇੱਥੇ ਬੇਚੈਨ ਸੀ, ਬਾਹਰ ਭੱਜਣਾ ਚਾਹੁੰਦੇ ਸੀ, ਉਹਨਾਂ ਧਰਤੀਆਂ ਤੇ ਉਹ ਅਚੀਵ ਕਰਕੇ ਜੋ ਉਹਨਾਂ ਦਾ ਸੁਪਨਾ ਸੀ, ਉਹਨਾਂ ਦੇ ਮਾਪਿਆਂ ਦਾ ਸੁਪਨਾ ਸੀ, ਉਸ ਤੋਂ ਬਾਅਦ ਉਹ ਕਿੰਨੇ ਖੁਸ਼ ਨੇ, ਕਿੰਨੀ ਤਸੱਲੀ 'ਚ ਨੇ, ਉਹਨਾਂ ਦੇ ਹੇਰਵੇ ਦਾ ਕੀ ਆਲਮ ਹੈ? ਦੇਖੋ ਜੀ, ਜੇ ਬੱਚਿਆਂ ਨੂੰ ਕੋਲ ਬਿਠਾ ਕੇ ਪੁੱਛਿਆ ਜਾਏ ਤਾਂ ਉਹਨਾਂ ਨੂੰ ਇਹ ਚੰਗਾ ਲੱਗਦਾ ਕਿ ਅਸੀਂ ਜੇ ਸਾਨੂੰ ਉੱਥੇ ਇੰਪਲੋਇਮੈਂਟ ਅਪਰਚੂਨਿਟੀਜ਼ ਪ੍ਰੋਪਰਲੀ ਮਿਲੀਆਂ ਹੁੰਦੀਆਂ ਤਾਂ ਅਸੀਂ ਬਾਹਰ ਕਦੇ ਨਹੀਂ ਸੀ ਹੁੰਦੇ, ਕਿਉਂਕਿ ਉੱਥੇ ਸਭ ਬੇਸ ਬਣਿਆ ਹੋਇਆ ਹੈ। ਈਵਨ ਜਿਹੜੇ ਬੱਚੇ +2 ਕਰ ਕਰਕੇ ਵੀ ਆ ਰਹੇ ਨੇ, ਉਹ ਵੀ ਇਹ ਚਾਹ ਰਹੇ ਨੇ ਕਿ ਅਸੀਂ ਪਿੱਛੇ ਆਪਣੇ ਪੈਸੇ ਭੇਜੀਏ ਤੇ ਅਸੀਂ ਮੁੜ ਕੇ ਉਹ ਆਪਣਾ ਘਰ ਦਾ ਉਹ ਸੁੱਖ ਲੈ ਸਕੀਏ ਜਿਹੜਾ ਸਾਡੇ ਪੇਰੈਂਟਸ ਚਾਹੁੰਦੇ ਸੀ ਜਾਂ ਅਸੀਂ ਉੱਥੇ ਜਾ ਕੇ ਲੈ ਸਕਦੇ ਹਾਂ। ਉਨੀ ਤਸੱਲੀ ਉਨੀ ਨਹੀਂ ਹੈ ਜਿੰਨੀ ਉਹ ਉਪਜਣ ਵੇਲੇ ਸੀਗੀ, ਇੰਡੀਆ ਤੋਂ ਆਉਣ ਵੇਲੇ ਜਿਹੀ ਜੀ ਤਸੱਲੀ ਸੀਗੀ ਕਿ ਅਸੀਂ ਜਾ ਰਹੇ ਹਾਂ ਉੱਥੇ ਸਾਰਾ ਹਰਾ ਹੀ ਹਰਾ ਹੈ, ਉਨੇ ਕੰਫਰਟੇਬਲ ਬੱਚੇ ਨਹੀਂ ਹੈ। ਹਾਂ, ਪਰ ਇੱਥੇ ਇਹ ਹੈ ਕਿ ਜਦੋਂ ਕਈ ਥਾਵਾਂ ਤੇ ਸਿੱਖ ਭਾਈਚਾਰਾ ਇੰਨਾ ਬੱਚਿਆਂ ਦਾ ਧਿਆਨ ਰੱਖ ਰਿਹਾ ਹੈ, ਕਈ ਥਾਵਾਂ ਤੇ, ਸਾਰੇ ਥਾਵਾਂ ਤੇ ਨਹੀਂ, ਕਿ ਜਿਹੜੇ ਬੱਚੇ ਸਟੂਡੈਂਟਸ ਆ ਉਹਨਾਂ ਲਈ ਖਾਣੇ ਦਾ ਅਰੇਂਜਮੈਂਟ ਜਾਂ ਰਹਿਣ ਦਾ ਅਰੇਂਜਮੈਂਟ ਵੀ ਕਰਦੇ ਨੇ, ਪਰ ਫਿਰ ਵੀ ਉਹ ਪਿੱਛੇ ਨੂੰ ਆਪਣੇ ਮਾਂ-ਬਾਪ ਨਾਲ ਸਵੇਰੇ ਸ਼ਾਮ ਗੱਲ ਕਰਕੇ ਆਪਣੇ ਮਨ ਨੂੰ ਤਸੱਲੀ ਦਿੰਦੇ ਰਹਿੰਦੇ ਆ। ਰੰਧਾਵਾ ਸਾਹਿਬ, ਮੈਂ ਸਿਰਫ ਇੱਕ ਲਾਈਨ ਐਡ ਕਰਨੀ ਚਾਹੂੰਗਾ, ਜੋ ਸੁੱਖ ਜੰਜੂ ਦੇ ਚਵਾਰੇ ਨਾ ਬਲਖ ਨਾ ਬੁਖਾਰੇ, ਹੈ ਨਾ ਜੀ। ਇਹ ਬੱਚੇ ਵੱਖ-ਵੱਖ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਫੇਸ ਕਰ ਰਹੇ ਨੇ, ਹੈ ਜੀ। ਇੱਕ ਸਟੇਜ ਤੇ, ਦੂਜੀ ਸਟੇਜ ਤੇ, ਤੀਜੀ ਸਟੇਜ ਤੇ, ਜਾਂ ਉੱਪਰਲੀ ਸਟੇਜ ਆਉਂਦੇ ਬਹੁਤੇ ਕਰ ਰਹੇ ਨੇ। ਇਸ ਲਈ ਕੁੱਲ ਮਿਲਾ ਕੇ ਤਾਂ ਜਿਹੜਾ ਹੈਗਾ ਬਹੁਤ ਜ਼ਿਆਦਾ ਤਸੱਲੀ ਨਹੀਂ ਹੈਗੀ ਤੇ ਸਿਸਟਮ ਦੇ ਭਜਾਏ ਹੋਏ ਆਏ ਨੇ। ਜੇ ਸਿਸਟਮ ਨੂੰ ਅਸੀਂ ਠੀਕ ਕਰ ਲਾਂਗੇ ਤਾਂ ਹਾਇਰ ਐਜੂਕੇਸ਼ਨ ਲਈ ਤਾਂ ਬੱਚੇ ਆਉਣਗੇ ਤੇ ਪਰਮਾਨੈਂਟ ਮਾਈਗ੍ਰੇਸ਼ਨ ਲਈ ਸ਼ਾਇਦ ਨਾ ਆਉਣ। ਮੈਂ ਦੋਸਤੋ ਮਾਫੀ ਮੰਗ ਲਵਾਂ, ਕਈ ਵਾਰੀ ਜਜ਼ਬਾਤ ਮੱਲੋ ਮੱਲੀ ਉਛਲ ਜਾਂਦੇ ਆ, ਤੁਹਾਡਾ ਆਪਣੇ ਤੇ ਕੰਟਰੋਲ ਨਹੀਂ ਰਹਿੰਦਾ। ਇਹ ਵਿਸ਼ੇ ਇਹੋ ਜਿਹਾ, ਇਸ ਧਰਤੀ ਨਾਲ ਮੋਹ ਜਿਹਾ, ਸ਼ਾਇਦ ਇਹਦਾ ਇਤਿਹਾਸ ਪੜ੍ਹਦਿਆਂ, ਸ਼ਾਇਦ ਇਹਦੀਆਂ ਪੈੜਾਂ 'ਚ ਪੈਰ ਰੱਖਦਿਆਂ ਇੱਕ ਮਾਣ ਵੀ ਹੁੰਦਾ, ਇੱਕ ਤਕਲੀਫ ਹੁੰਦੀ ਆ ਕਿ ਇਤਿਹਾਸ, ਵਿਰਾਸਤ ਔਰ ਵਰਤਮਾਨ ਤਿੰਨਾਂ 'ਚ ਪਾੜਾ ਵੱਡਾ ਹੋਈ ਜਾਂਦਾ ਹੈ। ਅਸੀਂ ਬੌਣੇ ਹੋਈ ਜਾਂਦੇ ਆ, ਸਾਡੀਆਂ ਮੁਸ਼ਕਲਾਂ ਪਹਾੜ ਜੱਡੀਆਂ ਹੋਈ ਜਾਂਦੀਆਂ। ਮੈਂ ਦੋਨਾਂ ਹੀ ਬਿਹਤਰੀਨ ਜੋੜੇ ਤੋਂ, ਦੋਨਾਂ ਜੀਆਂ ਤੋਂ, ਡਾਕਟਰ ਗੁਰਿੰਦਰ ਔਰ ਡਾਕਟਰ ਗਿਆਨ ਸਿੰਘ ਨੂੰ ਇਕੱਠਿਆਂ ਮਿਲਦਿਆਂ ਖੁਸ਼ੀ ਲੈਂਦਿਆਂ ਅਲਵਿਦਾ ਕਹਿਣਾ ਹੈ ਔਰ ਮਾਫੀ ਮੰਗਦਾ ਹੈ। ਮੈਂ ਡਾਕਟਰ ਸਾਹਿਬ ਇਸ ਗੱਲ ਨੂੰ ਬਹੁਤ ਅਜੀਬ ਤਰੀਕੇ ਨਾਲ ਮਹਿਸੂਸ ਕਰ ਰਿਹਾ ਕਿ ਜਦੋਂ ਤੁਸੀਂ ਡਰਾਇੰਗ ਰੂਮ ਦੇ ਵਿੱਚ, ਲਿਵਿੰਗ ਰੂਮ ਦੇ ਵਿੱਚ, ਬੈਡਰੂਮ ਦੇ ਵਿੱਚ ਲੋਕਾਂ ਦੇ ਮਸਲੇ ਇੱਕੋ ਹੀ ਲੈਵਲ ਤੇ ਨਜਿੱਠਦੇ ਹੋਵੋਗੇ, ਡਿਸਕਸ ਕਰਦੇ ਹੋਵੋਗੇ, ਕਿੰਨਾ ਕੁਝ ਕ੍ਰੀਏਟਿਵ ਹੁੰਦਾ। ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕਲਚਰ ਨਹੀਂ ਬਚਿਆ। ਸਾਡੇ ਘਰਾਂ ਦੇ ਵਿੱਚ ਸ਼ਾਮਾਂ ਸ਼ਰਾਬ ਖਾ ਗਈਆਂ, ਸਾਡੇ ਘਰਾਂ ਦੇ ਵਿੱਚ ਹੋਰ ਤਰ੍ਹਾਂ ਦੇ ਵਾਤਾਵਰਨ ਆ ਗਏ। ਅਸੀਂ ਕਿਤਾਬ ਤੋਂ ਵੀ ਦੂਰ ਹੋਏ, ਅਸੀਂ ਆਪਣਿਆਂ ਤੋਂ ਵੀ ਦੂਰ ਹੋਏ। ਜੇ ਖੱਟਿਆ ਖਟਾਇਆ ਤੇ ਸਿਰਫ ਕੁਝ ਨਫ਼ਰਤਾਂ, ਕੁਝ ਆਪਸੀ ਈਰਖਾ ਸਾੜਾ, ਕੁਝ ਆਪਸੀ ਵਖਰੇਵੇਂ ਤੇ ਵਿਚਾਰਧਾਰਾਵਾਂ ਦੀ ਵੰਡ। ਪਰ ਮੈਨੂੰ ਇੰਝ ਲੱਗਦਾ ਹੈ ਕਿ ਪੰਜਾਬ ਘੁੱਗ ਵੱਸਦਾ ਰਿਹਾ ਤੇ ਘੁੱਗ ਵੱਸਦਾ ਰਹੂਗਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸ਼ੁਕਰੀਆ ਜੀ ਤੁਹਾਡਾ।